ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ। ਤਰਕ ਦਲੀਲ ਦੇ ਵਿੱਚ ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਬਲਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਹੋਰ ਸਭ ਠੀਕ ਠਾਕ? ਬਿਲਕੁਲ ਬਿਲਕੁਲ ਵਧੀਆ ਜੀ। ਸੋ ਪੰਜਾਬ ਦੇ ਹਾਲਾਤ ਕਿਵੇਂ ਨੇ? ਠੀਕ ਠਾਕ ਨੇ ਕਿ ਹਜੇ? ਬਿਲਕੁਲ ਪੰਜਾਬ ਦੇ ਹਾਲਾਤ ਬਿਲਕੁਲ ਸਮੂਥ ਆ, ਬੜੇ ਸ਼ਾਂਤੀਪੂਰਵਕ ਆ ਔਰ ਲੋਕ ਬੜੇ ਖੁਸ਼ੀਆਂ 'ਚ ਇਹ ਸਾਰੇ ਫੈਸਲਿਆਂ ਨੂੰ ਸੁਣ ਰਹੇ ਨੇ। ਔਰ ਅੱਜ ਵਿਧਾਨ ਸਭਾ ਦਾ ਇਜਲਾਸ ਹੋ ਰਿਹਾ ਜੀ ਤੇ ਇਜਲਾਸ ਦੇ ਵਿੱਚ ਚੰਡੀਗੜ੍ਹ ਦਾ ਪੱਖ ਦਾ ਮੁੱਦਾ ਸਭ ਤੋਂ ਪਹਿਲਾਂ ਰੱਖਿਆ ਗਿਆ ਤੇ ਜਦੋਂ ਸੀਐਮ ਸਾਹਿਬ ਉੱਠੇ ਬੋਲਣ ਵਾਸਤੇ ਤੇ ਇੱਕ ਆਜ਼ਾਦ ਉਮੀਦਵਾਰ ਉਹਨਾਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸਪੀਕਰ ਸਾਹਿਬ ਨੂੰ ਇਹ ਫੈਸਲਾ ਲੈਣਾ ਪਿਆ ਕਿ ਮਾਰਸ਼ਲ ਨੂੰ ਬੁਲਾ ਕੇ ਉਹਨਾਂ ਨੂੰ ਸਦਨ ਤੋਂ ਬਾਹਰ ਕਰਨਾ ਪਿਆ। ਤਾਂ ਉਸ ਤੋਂ ਬਾਅਦ ਮਾਨ ਸਾਹਿਬ ਨੇ ਆਪਣੀ ਗੱਲ ਕੀਤੀ, ਆਪਣੀ ਗੱਲ ਰੱਖੀ ਆ। ਮਾਹਿਰ ਪਹਿਲਾਂ ਹੀ ਇਹ ਮੰਨਦੇ ਸੀ ਕਿ ਇਹ ਮਤਾ ਪਾਸ ਹੋ ਜਾਣਾ, ਫਿਰ ਗਵਰਨਰ ਸਾਹਿਬ ਕੋਲ ਚਲਾ ਜਾਣਾ, ਠੰਡੇ ਬਸਤੇ 'ਚ ਪੈ ਜਾਣਾ, ਕਿਉਂਕਿ ਰਾਜ ਸਭਾ ਦੇ ਜਿਹੜੇ ਮੈਂਬਰਸ ਨੇ 5 ਜਣੇ ਚੁਣ ਕੇ ਭੇਜੇ ਨੇ, ਉਹਨਾਂ ਨੇ ਤਾਂ ਕੁਝ ਕੀਤਾ ਨਹੀਂ ਤੇ ਕੁਝ ਖਾਸ ਉਮੀਦ ਵੀ ਨਹੀਂ ਉਹਨਾਂ ਕੋਲੋਂ। ਬਾਕੀ ਰਿਹਾ ਕਿ ਹੁਣ ਇਹ ਸਦਨ ਦੇ ਵਿੱਚ ਕੀ ਫੈਸਲਾ ਹੁੰਦਾ। ਮਾਹਿਰ ਇਹ ਮੰਨਦੇ ਸੀ ਸਰ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਸਾਂਝਾ ਮੋਰਚਾ ਲੈ ਕੇ ਇਸ ਦੇ ਮੁੱਦੇ ਦੇ ਉੱਤੇ ਖੜੇ ਹੋਣਾ ਚਾਹੀਦਾ, ਪਾਰਟੀ ਲਾਈਨਸ ਤੋਂ ਉੱਤੇ ਉੱਠ ਕੇ, ਸਿਆਸਤ ਤੋਂ ਉੱਤੇ ਉੱਠ ਕੇ, ਕਿਉਂਕਿ ਇਹ ਪੰਜਾਬ ਦੀ ਹੋਂਦ ਦਾ ਮਸਲਾ ਹੈ, ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ। ਹਾਂ ਬਿਲਕੁਲ ਅੱਛੀ ਗੱਲ ਹੈ ਕਿ ਐਮਰਜੈਂਸੀ 'ਚ ਇੱਕ ਦਿਨ ਦਾ ਇੱਕ ਰੋਜ਼ਾ ਜਿਹੜਾ ਅਜਲਾਸ ਦੀ ਸ਼ੁਰੂਆਤ ਹੋਈ ਆ, ਉਹ ਅੱਜ ਸਾਰੇ ਇਕੱਠੇ ਹੋ ਗਏ। ਇਹਦੇ 'ਚ ਮੰਤਰੀ ਸਾਹਿਬਾਨ ਵੀ ਆ, ਵਿਧਾਇਕ ਵੀ ਆ ਔਰ ਸਾਰੇ ਉਸ 'ਚ ਹਾਜ਼ਰੀ ਲਵਾ ਰਹੇ ਆ। ਔਰ ਮੂਲ ਮੁੱਦਾ ਜਿਹੜਾ ਹੈਗਾ ਹੈ ਚੰਡੀਗੜ੍ਹ ਦਾ, ਜੋ ਚੰਡੀਗੜ੍ਹ ਦਾ ਫੈਸਲਾ ਨੇ ਕਰ ਲਿਆ। ਚੰਡੀਗੜ੍ਹ ਦੇ ਯੂਟੀ 'ਚ ਜਿਹੜੇ ਅੰਪਲਾਈ ਨੇ ਉਹਨਾਂ ਨੂੰ ਜਿਹੜੇ ਸਹੂਲਤਾਂ ਦਿੱਤੀਆਂ, ਤਾਂ ਉਹ ਜਿਹੜੀ ਅਚਨਚੇਤ ਜਿਹੜਾ ਅਨਾਉਂਸ ਕਰ ਗਏ ਆ ਆਪਣੇ ਗ੍ਰਹਿ ਮੰਤਰੀ ਸਾਹਿਬ। ਹਾਂਜੀ ਜੀ। ਔਰ ਉਹਦੇ 'ਚ ਇਹਨਾਂ ਨੇ ਦੂਸਰੀਆਂ ਪਾਰਟੀਆਂ ਨੇ ਤਾਂ ਵੈਸੇ ਆਲੋਚਨਾ ਕੀਤੀ ਉਹਦੀ, ਔਰ ਉਹਦੇ 'ਚ ਸੁਖਪਾਲ ਖਹਿਰਾ ਜੀ ਕਾਂਗਰਸ ਵੱਲੋਂ, ਨਵਜੋਤ ਸਿੱਧੂ ਜੀ ਵੀ ਬੋਲੇ, ਪਰ ਉਹ ਇਹਨਾਂ ਨਹੀਂ ਬੋਲੇ ਜਿੰਨਾ ਕੋ ਅੱਛਾ ਬੋਲ ਲੈਂਦੇ ਆ, ਉਹਨਾਂ ਨੇ ਉਹ ਨਹੀਂ ਕੀਤਾ। ਤੇ ਬਾਕੀ ਰਹੀ ਗੱਲ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਨੇ ਜਿਹੜੀ ਆ, ਉਹਨਾਂ ਨੇ ਕਿਹਾ ਵੀ ਇਹ ਗਲਤ ਆਲੋਚਨਾ ਹੋ ਰਹੀ ਹੈ। ਇਹਦੇ ਵਿੱਚ ਥੋੜ੍ਹਾ ਜਿਹਾ ਇਹ ਗੱਲ ਹੋ ਗਈ ਕਿ ਇੱਕ ਪਾਸੇ ਦੀ ਗੱਲ ਨਹੀਂ ਕਰ ਰਹੇ, ਸਾਰੇ ਯੂਨਾਈਟ ਨਹੀਂ ਹੋ ਕੇ ਗੱਲ ਕਰ ਰਹੇ। ਪਰ ਜਿਹੜੀ ਮਾਨ ਸਰਕਾਰ ਹੈ, ਭਗਵੰਤ ਮਾਨ ਦੀ ਸਰਕਾਰ ਨੇ ਇਮੀਡੀਏਟ ਇਹ ਜਿਹੜਾ ਅਜਲਾਸ ਬੁਲਾਇਆ, ਉਹ ਅਜਲਾਸ 'ਚ ਅੱਜ ਜੋ ਉਹਨਾਂ ਨੇ ਫੈਸਲਾ ਕਰਨਾ, ਕਿਉਂਕਿ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਇਹ ਵੰਡ ਹੋਈ ਆ ਜਿਹਦੇ 'ਚ ਹਰਿਆਣਾ ਔਰ ਕੁਛ ਜਿਹੜੇ ਵਿਸ਼ੇਸ਼ ਅਧਿਕਾਰ ਜਿਹੜੇ ਪੰਜਾਬ ਨੂੰ ਦਿੱਤੇ ਗਏ ਆ, ਇਹ 1966 ਦੀ ਵੰਡ ਹੈ। ਪਰ ਇਹਦੇ 'ਚ ਇਹਨਾਂ ਨੇ ਕਿਹਾ ਵੀ ਗਲਤ ਕੀਤਾ ਸੈਂਟਰ ਨੇ, ਸੈਂਟਰ ਦੀ ਦਖਲਅੰਦਾਜ਼ੀ ਜਿਹੜੀ ਉਹ ਇੰਨੀ ਨਹੀਂ ਹੋਣੀ ਚਾਹੀਦੀ। ਦੂਸਰੀ ਗੱਲ ਹੈ ਕਿ ਪੰਜਾਬ ਦੀ ਸਰਕਾਰ ਅਜੇ ਨਵੀਂ ਸਰਕਾਰ ਆਈ ਆ ਔਰ ਇਹਨਾਂ ਨੂੰ ਅਜੇ ਬੜੇ ਮੁੱਦੇ ਤੈਅ ਕਰਨੇ ਆ। ਅਜੇ ਪੈਂਡਾ ਬਹੁਤ ਲੰਬਾ 5 ਸਾਲਾਂ ਦਾ, ਪਰ ਆ ਜਿਹੜਾ ਪਹਿਲਾ ਮੁੱਦਾ ਇਹਨਾਂ ਦੇ ਥੋਪ ਦਿੱਤਾ, ਇਹ ਸ਼ਾਇਦ ਕਿਸੇ ਨੂੰ ਪਤਾ ਹੀ, ਕਿਸੇ ਵੀ ਪੰਜਾਬ ਵਾਸੀ ਨੂੰ ਜਾਂ ਕਿਸੇ ਵੀ ਰਾਜਨੀਤੀਵਾਨ ਨੂੰ ਨਹੀਂ ਸੀ ਪਤਾ, ਇਹ ਅਚਾਨਕ ਆ ਗਿਆ। ਪਰ ਇਹਦੇ 'ਚ ਜਿਹੜੇ ਪੰਜਾਬ ਦੇ ਲੋਕ ਨੇ ਉਹ ਨਾ ਖੁਸ਼ ਨੇ, ਇਸ ਫੈਸਲੇ ਨੂੰ ਉਹਨਾਂ ਨੇ ਨਹੀਂ ਸਤਿਕਾਰਿਆ। ਪਰ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਜੇ ਇਹ ਇਸੇ ਤਰ੍ਹਾਂ ਦੀ ਦਖਲਅੰਦਾਜ਼ੀ ਰਹੀ ਤੇ ਪੰਜਾਬ ਦਾ ਵਿਕਾਸ ਜਿੱਥੇ ਦਾ ਜਿੱਥੇ ਉੱਥੇ ਰੁਕ ਜਾਊਗਾ, ਉੱਥੇ ਖੜੋਤ ਆ ਜਾਊਗੀ। ਦੇਖੋ ਸਰ, ਇੱਦਾਂ ਲੱਗਦਾ ਹੈ ਕਿ ਜਿੱਦਾਂ ਨਾ ਜੋ ਪ੍ਰਾਈਮ ਮਿਨਿਸਟਰਸ਼ਿਪ ਦੀ ਕੁਰਸੀ ਆ 2024 ਵਾਸਤੇ, ਉਹਨੂੰ ਲੈ ਕੇ ਪੰਜਾਬ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਗਿਆ। ਇੱਥੇ ਆਮ ਆਦਮੀ ਪਾਰਟੀ ਤੇ BJP ਦੇ ਆਪਸ ਦੇ ਵਿੱਚ ਟੱਕਰ ਸ਼ੁਰੂ ਹੋ ਗਈ ਆ ਔਰ ਜੋ ਸਭ ਜਾਣਦੇ ਨੇ ਕਿ ਕੇਜਰੀਵਾਲ ਸਾਹਿਬ ਦਾ ਨਿਸ਼ਾਨਾ ਹੈ ਕਿ ਪ੍ਰਾਈਮ ਮਿਨਿਸਟਰਸ਼ਿਪ ਵਾਸਤੇ ਜਾਣਾ ਚਾਹੁੰਦੇ ਨੇ ਉਹ ਅੱਗੇ, ਤੇ ਇਹ BJP ਨੂੰ ਵੀ ਇਹ ਗੱਲ ਪਤਾ ਜੀ। ਇਸ ਕਰਕੇ ਇਹ ਸਾਰੇ ਜੋ ਸਮੀਕਰਨ ਬਣਦੇ ਪਏ ਨੇ ਕਿ ਇਹਨਾਂ ਨੂੰ ਇੱਧਰ ਹੀ ਉਲਝਾ ਕੇ ਰੱਖੋ। ਹੁਣ ਜੇ ਅਸੀਂ ਬਿਜਲੀ ਦਾ ਮਾਮਲਾ ਲਈਏ ਕਿ ਸੈਂਟਰ ਪੂਲ 'ਚੋਂ ਕੋਈ ਵੀ ਬਿਜਲੀ ਨਹੀਂ ਦਿੱਤੀ ਗਈ ਪੰਜਾਬ ਨੂੰ, ਹਾਲਾਂਕਿ ਪੰਜਾਬ ਨੇ ਪਹਿਲਾਂ ਪਰਮਿਸ਼ਨ ਲੈਣ ਵਾਸਤੇ ਐਪਲੀਕੇਸ਼ਨ ਦਿੱਤੀ ਸੀ, ਹਰਿਆਣੇ ਨੂੰ ਦਿੱਤੀ ਗਈ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਕੋਰਟ ਵਿੱਚ ਜਾ ਕੇ ਮਾਮਲਾ ਹੋਇਆ ਤੇ ਕੋਰਟ ਦੇ ਵਿੱਚ ਜਾ ਕੇ ਫੈਸਲਾ ਇਹ ਹੋ ਗਿਆ ਕਿ ਹਰਿਆਣੇ ਨੂੰ ਵੀ ਬਿਜਲੀ ਨਹੀਂ ਦਿੱਤੀ ਜਾਏਗੀ। ਤਾਂ ਇਹਦੇ ਪਿੱਛੇ ਵੀ ਸਿਆਸਤ ਹੈ ਕਿ ਹਰਿਆਣੇ ਦੇ ਵਿੱਚ ਇਹ ਇੰਪੈਕਟ ਪਾਇਆ ਜਾ ਰਿਹਾ, ਇਹ ਪ੍ਰਭਾਵ ਪਾਇਆ ਜਾ ਰਿਹਾ ਕਿ ਦੇਖੋ ਇਹ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਆ, ਇਹ ਪਹੁੰਚੇ ਕੋਰਟ ਤੇ ਤੁਹਾਡਾ ਵੀ ਕੋਟਾ ਕੈਂਸਲ ਹੋ ਗਿਆ। ਇਸ ਕਰਕੇ ਉਹ ਸਾਹਮਣੇ ਵੀ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਜੇ ਦੇਖਿਆ ਜਾਵੇ ਤਾਂ ਇਹ ਵੀ ਇੱਕ ਨੈਗੇਟਿਵ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਤਾਂ ਇੱਕ ਟੋਟਲ ਜਿਹੜਾ ਹੈ ਇਸ ਸਿਆਸਤ ਦੇ ਵਿੱਚ ਕਿਤੇ ਪੰਜਾਬ ਨੂੰ ਹੀ ਨਾ ਭੁੱਲ ਜਾਣ ਕਿ ਪੰਜਾਬ ਦਾ ਵੀ ਕੁਝ ਭਲਾ ਸੋਚਣਾ ਕਿ ਨਹੀਂ ਸੋਚਣਾ, ਕਿ ਆਪਸ ਦੀ ਕੁਰਸੀ ਖੇਡਦੇ ਰਹਿਣਗੇ। ਮੈਂ ਬਹਿਣਾ, ਉਹ ਕਹਿੰਦਾ ਮੈਂ ਬਹਿਣਾ, ਮੈਂ PM ਬਣਨਾ, ਉਹ ਕਹਿੰਦਾ ਮੈਂ PM ਬਣਨਾ। ਮਤਲਬ ਦੇਸ਼ ਕਿੱਥੇ ਗਿਆ, ਪੰਜਾਬ ਕਿੱਥੇ ਗਿਆ, ਅਸੀਂ ਸਾਰੇ ਕਿੱਥੇ ਗਏ ਜਿਹੜੇ ਲੋਕ ਹਾਂ। ਸਾਡੇ ਤੇ ਕੋਈ ਫਿਰ ਵੈਲਿਊ ਨਾ ਹੋਈ, ਇਹਨਾਂ ਦੇ ਸੁਪਨਿਆਂ ਦੀ ਵੈਲਿਊ ਹੋਈ, ਮੈਂ ਇਹ ਬਣਨਾ ਚਾਹੁੰਦਾ, ਮੈਂ ਇਹ ਬਣਨਾ ਚਾਹੁੰਦਾ। ਇਹ ਸਾਡੀ ਕੀਮਤ 'ਤੇ ਬਣਨਾ ਕਿ ਸਾਡੇ ਜੀਵਨ ਦੀ ਕੀਮਤ 'ਤੇ ਬਣਨਾ, ਇਹ ਚੀਜ਼ਾਂ ਬੜੀਆਂ ਹਿਲਾ ਦਿੰਦੀਆਂ ਨੇ ਕਿ ਕਾਹਦੇ ਵਾਸਤੇ ਇਹ ਲੋਕ ਰਾਜਨੀਤੀ ਦੇ ਵਿੱਚ ਆਉਂਦੇ ਨੇ। ਰੀਸੈਂਟਲੀ ਆਪਾਂ ਪਤਾ ਲੱਗਿਆ ਹੈ ਕਿ ਜਿਹੜਾ ਹੁਣੇ ਦਿੱਲੀ 'ਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਆ ਰਹੇ ਆ ਕੌਮੀ ਪਾਰਟੀ ਦੇ ਤੌਰ 'ਤੇ
ਪੂਰੇ ਹਿੰਦੁਸਤਾਨ 'ਚ। ਤੇ ਉਹਨਾਂ ਦਾ ਇਹ ਸੁਪਨਾ ਵੀ ਹੈ ਕਿ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ 2024 ਦੀਆਂ, ਉਹਦੇ 'ਚ ਪੂਰੇ ਆਪਣੇ ਸੂਬਿਆਂ 'ਚ ਨੁਮਾਇੰਦੇ ਦੇਣਗੇ ਔਰ ਇਹ ਪ੍ਰਧਾਨ ਮੰਤਰੀ ਬਣ ਵੀ ਸਕਦੇ ਆ। ਪਰ ਇਸ ਗੱਲ ਨੂੰ ਜਿਹੜਾ ਦੂਸਰੇ ਪਾਸੇ ਵੇਖ ਕੇ, ਨੈਗੇਟਿਵਿਟੀ ਵੱਲ ਦੇਖ ਕੇ, ਹੁਣੇ ਉਹਨਾਂ ਦੇ ਇੱਕ ਛੋਟਾ ਜਿਹਾ ਹਮਲਾ ਵੀ ਹੋਇਆ, ਜਿਹਦੇ 'ਚ ਉਹਨਾਂ ਨੂੰ ਬੜਾ ਉਸੇ ਤਰ੍ਹਾਂ ਤੋੜ ਭੰਨ ਹੋਈ ਉਹਨਾਂ ਦੇ ਘਰ ਦੀ, ਜਿਹਦੇ 'ਚ ਇੱਕ ਫਿਲਮ ਸੀਗੀ ਕਸ਼ਮੀਰ ਫਾਈਲ ਜਿਹੜੀ ਜਦੋਂ ਉਹਨਾਂ ਦੀ ਹਿਜਰਤ ਹੁੰਦੀ ਆ, ਜਦੋਂ ਉੱਥੋਂ ਕਸ਼ਮੀਰ 'ਚੋਂ ਸਾਰੇ ਲੋਕ ਆਉਂਦੇ ਆ, ਸ਼ਿਫਟ ਕਰ ਜਾਂਦੇ ਆ, ਮੁਸਲਿਮ ਉੱਥੇ ਡੋਮੀਨੇਟ ਕਰ ਜਾਂਦੇ ਆ। 1990 ਤੋਂ ਲੈ ਕੇ ਹੁਣ ਤੱਕ ਉੱਥੇ ਕੋਈ ਵੀ ਸ਼ਾਂਤੀ ਨਹੀਂ ਰਹੀ, ਦੌੜ ਭੱਜ ਰਹੀ ਹੈ। ਚਾਹੇ 370 ਆਰਟੀਕਲ ਜਿਹੜਾ ਉਹਨੂੰ ਉਹਦੇ 'ਚ ਰੱਦੋ ਬਦਲੀ ਕੀਤੀ, ਅਮੈਂਡਮੈਂਟ ਹੋਈ ਆ, ਪਰ ਉਹਦੇ ਬਾਵਜੂਦ ਵੀ ਉੱਥੇ ਜਿਹੜੀ ਆ ਅਜੇ ਵੀ ਬੇਚੈਨੀ ਰਹੀ ਆ। ਔਰ ਇਹ ਫਿਲਮ ਨੇ ਜਿਹੜਾ ਉਹਦੇ 'ਚ ਜਿਹੜੀ BJP ਆ ਉਹਦੇ 'ਚ ਇੱਕ ਰੋਸ ਪੈਦਾ ਕਰ ਦਿੱਤਾ। ਤੇ ਜਿਹੜੇ ਯੂਥ ਨੇ BJP ਦੇ, ਉਹ ਇਕੱਠੇ ਹੋ ਕੇ ਉਹਨਾਂ ਨੇ ਲਾਮਬੰਦ ਹੋ ਕੇ ਉਹਨਾਂ ਨੇ ਉੱਥੇ ਆ ਕੇ ਅਟੈਕ ਕੀਤਾ, ਉਹਨਾਂ ਦੀ ਤੋੜ ਭੰਨ ਕੀਤੀ ਹੈ। ਸਿਸੋਦੀਆ ਸਾਹਿਬ ਇਹ ਗੱਲ ਦੇ ਉਹਨੂੰ ਅੱਗੇ ਲਿਆਉਂਦੇ ਨੇ ਗੱਲ ਨੂੰ। ਉਹਨਾਂ ਨੇ ਇਹ ਗੱਲ ਕਹੀ ਵੀ ਹੈ ਵੀ ਇਹਦੇ 'ਚ ਉਹਨਾਂ ਨੇ ਬਹੁਤ ਉਹਨਾਂ ਨਾਲ ਮਾੜਾ ਕੀਤਾ, ਉਹਨਾਂ ਨੂੰ ਮਾਰਨ ਤੱਕ ਗਏ ਆ। ਪਰ ਮੇਰਾ ਖਿਆਲ ਹੈ ਕਿ ਜਿੱਥੇ ਪੁਲਿਸ ਆ ਉੱਥੇ ਇੰਨਾ ਕੰਟਰੋਲ ਆ, ਜਿਹੜਾ ਸਪੈਸ਼ਲ ਸਟਾਫ ਆ ਉੱਥੇ, ਜਿਹੜੀਆਂ ਇੱਕਦਮ ਐਕਸ਼ਨ 'ਚ ਆਉਣ ਵਾਲੀ ਸਟਾਫ ਉੱਥੇ ਪੁਲਿਸ ਆ, ਪਰ ਉਹ ਉੱਥੇ ਕੀ ਕਰਦੀ ਸੀ? ਜਦੋਂ ਕਿ ਪੁਲਿਸ ਅੱਗੇ ਲੱਗੀ ਆ, ਮੁੰਡੇ ਪਿੱਛੇ ਨਾਅਰੇ ਲਾ ਰਹੇ ਆ, ਉਹ ਸਾਈਡ 'ਤੇ ਹੈਗੇ ਆ, ਉਹ ਅੰਦਰੋਂ ਬੈਰੀਕੇਡ ਤੋੜ ਕੇ ਅੰਦਰ ਚਲੇ ਜਾਂਦੇ ਆ। ਪਰ ਇਹਦੇ 'ਚ ਦੇਖੋ, ਉਹ ਤਾਂ ਉੱਥੋਂ ਦੇ ਮੁੱਖ ਮੰਤਰੀ ਆ, ਸੁਪਰੀਮੋ ਆਪ ਦੇ ਹੈਗੇ ਆ। ਜਿੱਥੇ ਪੁਲਿਸ ਹੈਗੀ ਦਿੱਲੀ ਦੀ, ਉਹ ਉਹਨਾਂ ਨੂੰ ਐਕਸ਼ਨ 'ਚ ਆਉਣਾ ਚਾਹੀਦਾ ਸੀ, ਉਹਨਾਂ ਦੀ ਸੁਰੱਖਿਆ ਦੇਣੀ ਚਾਹੀਦੀ ਸੀ। ਜਿਹੜੇ ਉਹਨਾਂ ਦੇ ਸੁਰੱਖਿਆ ਦੇ ਹੈਗੇ ਬਾਡੀ, ਉਹਨਾਂ ਨੇ ਵੀ ਕੁਝ ਨਹੀਂ ਕੀਤਾ, ਉਹਨਾਂ ਦੇ ਆਂਚ ਨਹੀਂ ਆਈ, ਉਹਨਾਂ ਦੀ ਤੋੜ ਭੰਨ ਕੀਤੀ ਆ। ਉਹਦੇ 'ਚ ਸਰਕਾਰੀ ਮਸ਼ੀਨਰੀ ਟੁੱਟੀ ਆ, ਪ੍ਰਾਪਰਟੀ ਟੁੱਟਦੀ ਆ। ਪਰ ਇਹਦੇ 'ਚ ਫਿਰ ਇਹ ਤਮਾਸ਼ਾ ਬਣ ਜਾਂਦਾ, ਜਿਹੜੇ ਲੋਕ ਵੇਂਦੇ ਆ, ਕਿਉਂਕਿ ਦਿੱਲੀ ਦਾ ਵੱਡਾ ਤਖਤ ਆ ਜਿੱਥੇ ਉਹ ਬੈਠੇ ਆ। ਬਿਲਕੁਲ ਸਹੀ ਗੱਲ ਹੈ। ਔਰ ਉਹ ਇਹਦੀ ਸਾਰੇ ਦੁਨੀਆ 'ਚ ਖਬਰ ਜਾਂਦੀ ਆ, ਪਰ ਇਹਦਾ ਜਿਹੜਾ ਮੈਸੇਜ ਆ ਲੋਕਾਂ ਨੂੰ ਬੜਾ ਨੈਗੇਟਿਵ ਮੈਸੇਜ ਆਉਂਦਾ। ਪਰ ਇਹ ਰਹੀ ਕਿ ਕੇਵਲ ਇਹ ਤਾਂ ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ, ਜੇਕਰ ਦਿੱਲੀ 'ਚ ਹੋ ਰਿਹਾ, ਉਸੇ ਤਰ੍ਹਾਂ ਦਾ ਇਹ ਪੰਜਾਬ ਦੇ ਲੋਕ ਖਮਿਆਜਾ ਭੋਗ ਰਹੇ ਆ। ਜਿਸ ਤਰ੍ਹਾਂ ਹੁਣ ਤੁਸੀਂ ਬਿਜਲੀ ਦੇ ਮੀਟਰਾਂ ਦੀ ਗੱਲ ਕੀਤੀ ਹੈ, ਉਹਦੇ 'ਚ 300 ਯੂਨਿਟ ਇਹਨਾਂ ਨੇ ਮਾਫ ਕਰਾਉਣ ਲਈ ਕਿਹਾ। ਉਹਨਾਂ ਦਾ ਪਹਿਲੋਂ ਸਾਰਾ ਸੀ, ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਗੱਲ ਕੀਤੀ ਹੈ। ਪਰ ਇਹ ਵੀ ਇਹਦੇ 'ਚ ਵੀ ਰੁਕਾਵਟਾਂ ਆ ਰਹੀਆਂ, ਕਦੀ ਪ੍ਰੀਪੇਡ ਆ ਰਿਹਾ, ਕਦੀ ਸਮਾਰਟਫੋਨ ਦੀ ਗੱਲ ਹੋ ਰਹੀ ਹੈ, ਕਦੀ ਨਵੇਂ ਫੋਨ ਦੀ ਸਿਮ ਕਾਰਡ ਰੱਖਣ ਦੀ ਗੱਲ ਹੋ ਰਹੀ ਹੈ। ਇਹਦੇ 'ਚ ਵੀ ਕਈ ਆਈਡੀਏ ਮਿਕਸ ਹੋ ਗਏ, ਜਿਹੜੇ ਲੋਕਾਂ ਨੂੰ ਕਲੀਅਰ ਹੀ ਨਹੀਂ ਹੋ ਰਹੇ ਵੀ ਕਦੋਂ ਕਰਨਾ, ਕੀ ਕਰਨਾ, ਕਿਹੜਾ ਕੋਡ ਲੱਗਣਾ, ਕਿੰਨਾ 300 ਯੂਨਿਟ ਕਿੱਦਾਂ ਮਾਫ ਹੋਣਗੇ। ਇਹਦਾ ਮਨਸ਼ਾ ਇਹ ਹੈਗਾ ਕਿ ਜਿਹੜਾ ਭਗਵੰਤ ਮਾਨ ਦਾ ਜੋ ਕੁਝ ਉਹਨਾਂ ਦਾ ਵਾਅਦਾ ਵਾ, ਉਹ ਲੋਕਾਂ ਤੱਕ ਇਸ ਤਰ੍ਹਾਂ ਨਾਲ ਪਹੁੰਚ ਜਾਏ ਵੀ ਲੋਕ ਖੁਸ਼ ਨਾ ਹੋ ਜਾਣ ਜੋ ਉਹਨਾਂ ਨੇ ਕਿਹਾ। ਕਿਉਂਕਿ ਉਹਨਾਂ 10 ਦਿਨਾਂ 'ਚ ਕਾਫੀ ਅੱਛੇ ਜਿਹੜੀਆਂ ਸਹੂਲਤਾਂ ਦੇ ਅਨਾਉਂਸ ਕੀਤੀਆਂ, ਬਹੁਤ ਲੋਕਾਂ ਦੀ ਪ੍ਰਤੀਕਿਰਿਆ ਠੀਕ ਰਹੀ ਉਹਨਾਂ ਦੀ। ਪਰ ਜੇ ਸੈਂਟਰ 'ਚ ਦਖਲਅੰਦਾਜ਼ੀ ਕਰਦਾ, ਇਸ 'ਚੋਂ ਲੋਕ ਜਾਣੂ ਨੇ, ਲੋਕਾਂ ਨੇ ਅੱਗੇ ਇਸੇ ਤਰ੍ਹਾਂ ਪਲਸੇਟਾ ਮਾਰਿਆ ਤੇ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਲਿਆਂਦਾ। ਦੂਜੀਆਂ ਸਰਕਾਰਾਂ ਜਿਹੜੀਆਂ ਸੀ ਬਿਲਕੁਲ ਸਲੋ ਚੱਲ ਰਹੀਆਂ ਸੀ, ਜਿਹਦੇ 'ਚ ਕਾਂਗਰਸ ਸੀ, ਜਿਹਦੇ 'ਚ ਅਕਾਲੀ ਦਲ ਸੀ, BJP ਦੇ ਨਾਲ ਕੰਬੀਨੇਸ਼ਨ ਸੀ ਅਕਾਲੀ ਦਲ ਦਾ, ਪਹਿਲੋਂ ਫਿਰ BJP ਵੱਖਰੀ ਹੋ ਗਈ, ਫਿਰ ਉਸ ਤੋਂ ਬਾਅਦ BSP ਨਾਲ ਕੰਬੀਨੇਸ਼ਨ ਹੋ ਗਿਆ। ਪਰ ਇਹ ਰਲ ਗੋਬਾ ਜਿਹਾ ਰਿਹਾ। ਪਰ ਲੋਕਾਂ ਨੂੰ ਪਛਾਣ ਆ ਗਈ ਕਿ ਕੌਣ ਝੂਠਾ ਤੇ ਕੌਣ ਸੱਚਾ ਹੈ। ਸੱਚ ਦੀ ਤਾਂ ਜੈ-ਜੈਕਾਰ ਹੁੰਦੀ ਹੈ ਵਾਕਿਆ ਹੀ, ਵੀ ਉਹਨਾਂ ਨੇ ਐਸੀ ਪਲਸੇਟਾ ਮਾਰਿਆ ਕਿ ਇਹ ਸਰਕਾਰ ਆ ਗਈ। ਪਰ ਇਸ ਨੂੰ ਹੁਣ ਮੱਦੇਨਜ਼ਰ ਰੱਖਦੇ, ਜੇਕਰ ਭਗਵੰਤ ਮਾਨ ਸੁਚੱਜੇ ਤਰੀਕੇ ਨਾਲ, ਧਿਆਨ ਨਾਲ ਲੋਕਾਂ ਦੀਆਂ ਜਿਹੜੀਆਂ ਪੈਂਡਿੰਗ ਗੱਲਾਂ ਨੇ ਉਹਨਾਂ ਨੂੰ ਪੂਰਾ ਕਰਦੇ, ਡਿਮਾਂਡ ਨੂੰ ਪੂਰਾ ਕਰਦੇ। ਜਿਸ ਤਰ੍ਹਾਂ ਹੁਣ ਬਿਜਲੀ ਦੀ ਗੱਲ ਹੈ, ਤਾਂ ਵਾਕਿਆ ਲੋਕਾਂ ਨੂੰ ਕੁਛ ਤਾਂ ਪੇ ਕਰ ਸਕਦੇ ਆ, ਕੁਛ ਨਹੀਂ ਪੇ ਕਰ ਸਕਦੇ, ਕਿਉਂਕਿ ਗਰੀਬ ਲੋਕ ਵੀ ਹੈਗੇ ਆ, ਕਈ ਵਿਚਾਰੇ ਦਿਹਾੜੀਦਾਰ ਵੀ ਹੈਗੇ ਆ। ਪਰ ਹੁਣ ਇਹ 'ਚ ਮਹੀਨਾ ਤਾਂ ਹੈ, ਇੱਕ ਮਹੀਨੇ 'ਚ 300 ਯੂਨਿਟ ਕਰਨੇ, ਉਹ ਵੀ ਕਲੀਅਰ ਨਹੀਂ ਗਏ। ਬਿਲਕੁਲ ਸਰ। ਤੇ ਇਹਨਾਂ ਸਾਰੀਆਂ ਗੱਲਾਂ ਨੂੰ ਜੇਕਰ ਇਹ ਸਰਕਾਰ ਤਰੀਕੇ ਨਾਲ ਸਲਾਹਕਾਰਾਂ ਨੂੰ ਇਕੱਠੇ ਕਰਕੇ ਤੇ ਇਹ ਗੱਲ ਪੂਰਾ ਕਰਦੇ, ਜਿਸ ਤਰ੍ਹਾਂ ਅੱਜ ਇਜਲਾਸ ਆ ਉਹਨਾਂ ਦਾ ਮਤਾ ਪਾਸ ਹੋਣਾ, ਤੇ ਚੰਡੀਗੜ੍ਹ ਦਾ ਮਤਾ ਖੁਦ ਭਗਵੰਤ ਮਾਨ ਜੀ ਆਪ ਪੇਸ਼ ਕਰ ਰਹੇ ਆ, ਕਿਉਂਕਿ ਇਹ ਮੁੱਦਾ ਜਿਹੜਾ ਬਹੁਤ ਸੈਂਸਿਟਿਵ ਬਹੁਤ ਹੈ, ਵੱਡਾ ਮੁੱਦਾ ਹੈਗਾ। ਇਹ ਹੁਣ ਪੂਰੇ ਦੁਨੀਆ 'ਚ ਚਰਚਾ ਦਾ ਵਿਸ਼ਾ ਬਣ ਗਿਆ। ਦੇਖੋ ਗੱਲ ਇਹ ਹੈ ਸਰ, ਜਿਹੜਾ ਤੁਸੀਂ ਮੀਟਰਸ ਦੀ ਗੱਲ ਕੀਤੀ ਹੈ, ਹੁਣ ਇਹ ਕਹਿੰਦੇ ਨੇ ਕਿ ਸਮਾਰਟ ਮੀਟਰ ਦੇ ਅੰਦਰ ਇਹ ਫੈਸਿਲਿਟੀ ਹੁੰਦੀ ਹੈ ਕਿ ਉਹਨੂੰ ਤੁਸੀਂ ਪ੍ਰੀਪੇਡ ਬਣਾ ਸਕਦੇ ਹੋ। ਬਿਲਕੁਲ ਕਿਉਂਕਿ ਜੇ ਮਾਹਿਰ ਮੰਨਦੇ ਨੇ ਕਿ ਤੁਸੀਂ ਇਹਨੂੰ ਪ੍ਰੀਪੇਡ ਵਜੋਂ ਵਰਤ ਸਕਦੇ ਹੋ। ਤਾਂ ਇਸ ਵਕਤ ਇਹ ਗੱਲ ਨਹੀਂ ਖੋਲ ਰਹੇ ਕਿ ਕਿਤੇ ਪਬਲਿਕ ਅਗੇਂਸਟ ਨਾ ਹੋਵੇ, ਪਬਲਿਕ ਦੇ ਵਿੱਚ ਕਿਤੇ
ਇਹ ਗੱਲ ਨਾ ਫੈਲ ਜਾਏ ਕਿ ਪਹਿਲਾਂ ਤੁਸੀਂ ਕੁਝ ਪ੍ਰੋਮਿਸ ਕੀਤਾ ਅੱਜ ਕੁਝ ਹੋਰ ਕਰਦੇ ਪਏ ਹੋ। ਇਹ 3 4 ਜਾਂ 5 ਮਹੀਨਿਆਂ 'ਚ ਜਾਂ 6 ਮਹੀਨਿਆਂ 'ਚ ਜਦੋਂ ਸਾਰੇ ਮੀਟਰ ਲੱਗ ਜਾਣਗੇ ਉਸ ਤੋਂ ਬਾਅਦ ਸ਼ਾਇਦ ਇਹ ਪ੍ਰੀਪੇਡ ਵੱਲ ਫਿਰ ਤੋਂ ਹੀ ਆ ਜਾਵੇ ਗੱਲ, ਤਾਂ ਫਿਰ ਉਹ 300 ਯੂਨਿਟ ਵਾਲੀ ਗੱਲ ਕਿਤੇ ਭੁੱਲ ਭੁਲਾ ਜਾਣਗੇ। ਅਗਲੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਕਿਹਾ ਕਿ ਕੇਜਰੀਵਾਲ ਸਾਹਿਬ ਦੇ ਘਰ ਜਿਹੜਾ ਪ੍ਰਦਰਸ਼ਨ ਕਰਨ ਪਹੁੰਚੇ ਉੱਥੇ ਤੋੜ ਭੰਨ ਹੋ ਗਈ ਆ। ਕੁਝ ਦਿਨ ਪਹਿਲਾਂ ਜਿਹੜੀ ਬੜੀ ਵੀਡੀਓ ਵਾਇਰਲ ਹੋਈ ਸੀ, ਉਹਨਾਂ ਨੇ ਆਪਣੇ ਦਿੱਲੀ ਦੀ ਜੋ ਵਿਧਾਨ ਸਭਾ ਹੈ ਉੱਥੇ ਉਹਨਾਂ ਨੇ ਬੀਜੇਪੀ ਦੇ ਉੱਤੇ ਕਾਫੀ ਗੱਲਾਂ ਬਾਤਾਂ ਕੀਤੀਆਂ ਕਿ ਤੁਸੀਂ ਫਿਲਮ ਦੇ ਪੋਸਟਰ ਲਾਉਣ ਜੋਗੇ ਰਹਿ ਗਏ ਹੋ, ਜੋ ਕਸ਼ਮੀਰ ਫਾਈਲ ਇਹ ਵੀ ਕਿਹਾ ਕਿ ਫੇਸਬੁੱਕ ਤੇ ਪਾ ਦਿਓ, ਫੇਸਬੁੱਕ YouTube ਤੇ ਪਾ ਦਿਓ ਕਿ ਉਹ ਫ੍ਰੀ ਹੋ ਜਾਏਗੀ, ਕਿਉਂਕਿ ਉਹ ਫ੍ਰੀ ਸ਼ੋਅ ਹੋਣ ਲੱਗਾ ਤੇ ਉਹਨਾਂ ਨੇ ਫੋਨ ਕਰਕੇ ਫ੍ਰੀ ਸ਼ੋਅ ਨਹੀਂ ਹੋਣ ਦਿੱਤਾ। तमाम ਗੱਲਾਂ ਹੋਈਆਂ ਉੱਥੇ। ਉਸ ਗੱਲ ਨੂੰ ਟਵਿਸਟ ਕੀਤਾ ਗਿਆ ਕਿ ਇਹਨਾਂ ਨੇ ਕਸ਼ਮੀਰੀ ਪੰਡਿਤਾਂ ਦੇ ਉੱਤੇ ਗੱਲ ਕੀਤੀ, ਹਾਲਾਂਕਿ ਉਹਨਾਂ ਨੇ ਫਿਲਮ ਬਾਰੇ ਗੱਲ ਕੀਤੀ ਹੈ। ਜੋ ਮਾਹਿਰ ਇਹ ਮੰਨਦੇ ਨੇ ਕਿ ਫਿਲਮ ਕਸ਼ਮੀਰੀ ਪੰਡਿਤਾਂ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਉਹਨਾਂ ਨੇ ਫਿਲਮ ਦੀ ਗੱਲ ਕੀਤੀ ਕਿ ਤੁਸੀਂ ਫਿਲਮ ਦੇ ਪਿੱਛੇ ਕਿੱਦਾਂ ਤੁਰ ਪਏ, ਲੇਕਿਨ ਉਹ ਸਿਆਸੀ ਤੌਰ ਤੇ ਉਹਨੂੰ ਟਵਿਸਟ ਕਰਕੇ ਉਸ ਗੱਲ ਨੂੰ ਉਹ ਪ੍ਰਦਰਸ਼ਨ ਕੀਤਾ ਗਿਆ। ਖੈਰ, ਜਮਹੂਰੀਅਤ ਹੈ, ਪ੍ਰਦਰਸ਼ਨ ਕਰਨਾ ਸਾਰਿਆਂ ਦਾ ਹੱਕ ਹੈ, ਅੰਦੋਲਨ ਕਰਨਾ ਹੱਕ ਹੈ। ਅਸੀਂ ਕਿਸਾਨ ਅੰਦੋਲਨ ਤੋਂ ਨਿਕਲੇ ਹਾਂ ਔਰ ਖੁਦ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਵੀ ਲੋਕਪਾਲ ਬਿੱਲ ਦਾ ਜਿਹੜਾ ਅੰਦੋਲਨ ਸੀ ਉਹ ਨਾ ਹਜ਼ਾਰੇ ਸਾਹਿਬ ਨੇ ਕੀਤਾ, ਉੱਥੋਂ ਹੀ ਨਿਕਲ ਕੇ ਆਈ, ਉਹ ਵੀ ਅੰਦੋਲਨ ਦੀ ਪ੍ਰੋਡਕਟ ਹੈ। ਸੋ ਅੰਦੋਲਨ ਕਰਨਾ ਤਾਂ ਸਾਡਾ ਸਾਰਿਆਂ ਦਾ ਹੱਕ ਹੈ ਕਿਉਂਕਿ ਅਸੀਂ ਜਮਹੂਰੀਅਤ ਦੇ ਵਿੱਚ ਰਹਿੰਦੇ ਹਾਂ। ਖੈਰ, ਇਹ ਜਿਹੜੀਆਂ ਗੱਲਾਂ ਤੋੜ ਮਰੋੜ ਕੇ ਪੇਸ਼ ਕਰਨੀਆਂ ਇਹ ਗੱਲ ਵੱਖਰੀ। ਹਾਂ, ਉੱਥੇ ਜਿਹੜੀ ਤੋੜ ਭੰਨ ਹੋਈ ਆ ਉਹ ਵੀ ਗਲਤ ਗੱਲ ਹੈ, ਉਹ ਜਮਹੂਰੀਅਤ ਦਾ ਪਹਿਚਾਨ ਨਹੀਂ ਬਣਦੀ। ਔਰ ਜੇ ਬੀਜੇਪੀ ਦੇ ਸਾਰੇ ਵਰਕਰ ਸੀ ਤੇ ਉਹਨਾਂ ਉੱਤੇ ਇਹ ਗੱਲ ਆਏਗੀ ਕਿ ਇੱਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਹੁਣ ਦੂਜੀ ਗੱਲ ਰਹੀ ਕਿ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਇਸ ਵਕਤ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੈ, ਚੰਡੀਗੜ੍ਹ ਦਾ ਮਸਲਾ। ਚੰਡੀਗੜ੍ਹ ਦਾ ਮਸਲਾ ਤਾਂ 1966 ਤੋਂ ਹੈ ਜਦੋਂ ਦਾ ਬਣਿਆ, ਤੇ ਉਦੋਂ ਦਾ ਹੀ ਇਹ ਸਾਰਾ ਇਦਾਂ ਹੀ ਚੱਲਦਾ ਪਿਆ, ਕਦੀ ਦੇਣਾ ਹੈ ਜੀ, ਕਦੀ ਨਹੀਂ ਦੇਣਾ ਜੀ, ਕਦੀ ਦੇਣਾ ਜੀ, ਕਦੀ ਨਹੀਂ ਦੇਣਾ ਜੀ। ਹੁਣ ਨਵੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ, ਹੁਣ ਉਹ ਸੈਂਟਰ ਦੇ ਰੂਲਸ ਵੀ ਉੱਥੇ ਅਪਲਾਈ ਹੋਣ ਲੱਗ ਪਏ ਨੇ। ਸੋ ਕਿਤੇ ਨਾ ਕਿਤੇ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਰਾਜ ਸਭਾ ਦੇ ਵਿੱਚ ਅਸੀਂ 5 ਮੈਂਬਰ ਭੇਜੇ ਨੇ ਉੱਥੇ ਪਾਰਟੀ ਕੋਲ ਪ੍ਰਿਵਿਲੇਜ ਨਹੀਂ ਹੋਣੀ ਚਾਹੀਦੀ ਕਿ ਕਿਹਨੂੰ ਚੁਣ ਕੇ ਭੇਜਣਾ, ਉੱਥੇ ਵੀ ਚੋਣ ਹੋਣੀ ਚਾਹੀਦੀ ਹੈ ਕਿ ਕਿਹੜਾ ਕਾਬਿਲ ਹੈ ਰਾਜ ਸਭਾ ਦੇ ਵਿੱਚ ਜਾਣ ਦੇ। ਹਾਂ, ਤੁਹਾਡੀ ਗੱਲ ਸਹੀ ਆ। ਜਿਹੜੀ 5 ਮੈਂਬਰ ਗਏ ਰਾਜ ਸਭਾ 'ਚ, ਉਹਨਾਂ ਦੇ ਬਾਰੇ ਜਿਹੜੇ ਕੰਮ ਤਾਂ ਕਰ ਚੁੱਕੇ ਆ ਭਗਵੰਤ ਮਾਨ ਸਰਕਾਰ, ਉਹਨਾਂ ਲੋਕਾਂ ਨੇ ਉਹਦੀ ਸਲਾਹ ਲਈ ਆ ਔਰ ਉਹਦੀ ਤਾਰੀਫ ਵੀ ਕੀਤੀ ਹੈ ਵੀ ਅੱਛੀ ਗੱਲ ਹੈ। ਬਾਕੀ ਜਿਹੜੇ ਫੈਸਲੇ ਉਹਨਾਂ ਦੇ ਬਿਲਕੁਲ ਲੋਕਾਂ ਨੇ ਪਸੰਦ ਕੀਤੇ। ਪਰ ਆ ਜਿਹੜਾ ਰਾਜ ਸਭਾ 'ਚ ਨੋਮੀਨੇਸ਼ਨ ਦਿੱਤੀ ਗਈ ਆ, ਇਹਨਾਂ ਤੇ ਲੋਕਾਂ ਦਾ ਇਤਰਾਜ਼ ਹੈ, ਪੂਰਾ ਇਤਰਾਜ਼ ਉੱਠਿਆ। ਦੂਜੀ ਗੱਲ ਇੱਥੇ ਇਹ ਪੁਆਇੰਟ ਹੈਗਾ ਕਿ ਇਸ ਵੇਲੇ ਜਿਹੜਾ ਇਸ਼ੂ ਆ ਜਿਹੜਾ ਸਰਗਰਮ ਹੋ ਗਿਆ ਕਿ ਚੰਡੀਗੜ੍ਹ ਜਿਹੜਾ ਇਹਦੇ 'ਚ ਉਹਨਾਂ ਦੀ ਦਖਲਅੰਦਾਜ਼ੀ ਹੋ ਗਈ। ਇਹਦੇ 'ਚ ਯੂਟੀ ਦੇ ਜਿਹੜੇ EMPLOYE ਉਹਨਾਂ ਨੂੰ ਸਹੂਲਤਾਂ ਦੇ ਕੇ ਇਹਨਾਂ ਨਾਲੋਂ ਵਖਰੇਵਾਂ ਪਾਇਆ। ਇਹ ਗੱਲ ਲੋਕਾਂ ਨੂੰ ਨਹੀਂ ਪਚੀ। ਦੂਜੀ ਗੱਲ ਇਹ ਸੀ ਕਿ ਜਦੋਂ ਇਹ ਰੌਲਾ ਪਿਆ ਚੰਡੀਗੜ੍ਹ ਦਾ, ਬਾਕੀ ਪਾਰਟੀਆਂ ਨੇ ਜਿਹੜੀਆਂ ਆਪੋਜੀਸ਼ਨ ਉਹਨਾਂ ਨੇ ਤੇ ਇਹਦੇ 'ਚ ਇਹਦਾ ਇਤਰਾਜ਼ ਜਤਾਇਆ, ਵਿਰੋਧਤਾ ਕੀਤੀ ਆ। ਪਰ ਜਿਹੜੇ ਹੁਣ ਸਾਡੇ 5 ਮੈਂਬਰ ਪਹੁੰਚੇ ਆ ਰਾਜ ਸਭਾ 'ਚ, ਇਹਨਾਂ ਨੂੰ ਵੀ ਚਾਹੀਦਾ ਸੀਗਾ ਕਿ ਜਾਂ ਤਾਂ ਉੱਥੇ ਮੁੱਦਾ ਉਠਾਉਂਦੇ ਜੇ ਸੈਸ਼ਨ ਸ਼ੁਰੂ ਹੁੰਦਾ, ਨਹੀਂ ਤਾਂ ਜਿਹੜਾ ਮਾਨ ਸਰਕਾਰ ਆ ਇਹਨਾਂ ਨਾਲ ਆ ਕੇ ਮਿਲਣ, ਕਿਉਂਕਿ ਇਹਨਾਂ ਨੇ ਨੋਮੀਨੇਸ਼ਨ ਦਿੱਤੀ ਆ। ਪੰਜਾਬ ਦੀ ਆਵਾਜ਼ ਉਠਾਉਣ ਵਾਲੇ ਇਹੀ 5 ਬੰਦੇ ਨੇ ਸੈਂਟਰ 'ਚ। ਬਾਕੀ ਸਾਡੀ ਲੋਕ ਸਭਾ 'ਚ ਤਾਂ ਇੰਨੀ ਨੋਮੀਨੇਸ਼ਨ ਨਹੀਂ ਹੈਗੀ। ਰਾਜ ਸਭਾ 'ਚ ਜਿਹੜੇ ਮੈਂਬਰ ਨੇ ਕੁਝ ਆਪਦੇ ਨੇ, ਕੁਝ ਇਸ ਤਰ੍ਹਾਂ ਨੋਮੀਨੇਸ਼ਨ ਵਾਲੇ ਗਏ ਆ। ਇਹ ਜੇ ਮੁੱਦਾ ਉਠਾਉਣਗੇ ਇਹਨਾਂ ਨਾਲ ਜੁਆਇੰਟਲੀ ਤੇ ਗੱਲ ਹੋ ਸਕਦੀ ਆ ਤਾਂ ਕਿ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਨੂੰ ਮਿਲਿਆ ਜਾਵੇ, ਫੈਸਲੇ ਨੂੰ ਨਿਬੇੜਿਆ ਜਾਵੇ, ਕਿਉਂਕਿ ਇਮੀਡੀਏਟਲੀ ਅਮਲ 'ਚ ਆ ਗਿਆ। ਇਹਦਾ ਜਿਹੜਾ ਸਾਰਾ ਜਿਹੜਾ ਮੰਨਿਆ ਗਿਆ ਔਰ ਜੋ ਉਹਨਾਂ ਨੇ ਕਿਹਾ ਸੀ ਉਸੇ ਤਰ੍ਹਾਂ ਲਾਗੂ ਹੋ ਗਿਆ। ਜੇ ਲਾਗੂ ਹੋਣ ਤੋਂ ਬਾਅਦ ਜਦੋਂ ਐਕਸ਼ਨ 'ਚ ਨਹੀਂ ਆਏ ਤੇ ਇਹ ਠੰਡੇ ਘਰਾਟਾਂ 'ਚ ਚਲੇ ਗਿਆ। ਇਸ ਵੇਲੇ ਹੁਣ ਇਹਦੀ ਇਹ ਖੜੋਤ ਹੋ ਗਈ ਕਿਉਂਕਿ ਜਿਹੜੀ ਆਪੋਜੀਸ਼ਨ ਪੂਰੀ ਨਹੀਂ ਯੂਨਾਈਟ ਹੋਈ। ਜਦੋਂ ਕਿ ਕਾਂਗਰਸ ਨੇ ਇਹਦੀ ਵਿਰੋਧਤਾ ਕੀਤੀ ਹੈ, ਅਕਾਲੀ ਦਲ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਵੀ ਵਿਰੋਧਤਾ ਕੀਤੀ ਹੈ ਔਰ ਉਹਦੇ 'ਚ ਜਿੰਨੇ ਕੁ ਹੋਰ ਯੂਨਾਈਟ ਹੁੰਦੇ ਆ ਪੰਜਾਬ ਦੇ ਲੋਕ, ਕੁਝ ਕੁ ਜਿਹੜੇ ਬੁੱਧੀਜੀਵ ਨੇ ਸਲਾਹਕਾਰ, ਉਹਨਾਂ ਤੋਂ ਵੀ ਸਲਾਹ ਲੈ ਲੈਣੀ ਚਾਹੀਦੀ ਹੈ। ਉਹਨਾਂ ਦੀ ਇੱਕ ਕਮੇਟੀ ਬਣਾ ਕੇ ਨਾਲ ਹੋਣਾ ਚਾਹੀਦਾ ਕਿਉਂਕਿ ਇਹ ਮੁੱਦਾ ਅੱਜ ਦਾ ਨਹੀਂ ਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 1966 ਤੋਂ ਵੀ ਪਹਿਲਾਂ ਦਾ ਜਿਹਦੇ 'ਚ ਆਪਾਂ ਅੱਗੇ ਗੱਲ ਕੀਤੀ ਆ, ਦਰਸ਼ਨ ਸਿੰਘ ਫੇਰੂਮਾਨ ਜਿਸ ਹੜਤਾਲ ਨਾਲ ਉਹ ਵਿਚਾਰੇ ਇਸ ਦੁਨੀਆ ਤੋਂ ਚਲੇ ਗਏ। ਸੰਤ ਫਤਿਹ ਸਿੰਘ ਹੋਰਾਂ ਨੇ ਵੀ ਇਹਦੇ 'ਤੇ ਨਾਅਰਾ ਲਾਇਆ ਸੀ, ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ, ਉਹਨਾਂ ਨੇ ਵੀ ਬੜੀ ਕਾਰਵਾਈ ਕੀਤੀ, ਨਹੀਂ ਹੋਇਆ। ਪਰ 1985 'ਚ ਰਾਜੀਵ ਗਾਂਧੀ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਇੱਕ ਫੈਸਲਾ ਸੀਗਾ, ਉਹਦੇ 'ਤੇ ਇਹਨਾਂ ਨੇ ਮੰਨਿਆ ਵੀ, ਪਰ ਉਸ ਫੈਸਲੇ ਨੂੰ ਵੀ ਇਹਨਾਂ ਨੇ ਪੂਰੀ ਤਰ੍ਹਾਂ ਨਹੀਂ ਮੰਨਿਆ। ਨਾ ਉਹਦੇ ਦਸਤਖਤ ਤਾਂ ਹੋ ਗਿਆ, ਸਾਰਾ ਕੁਝ ਹੋ ਗਿਆ ਵੀ ਚੰਡੀਗੜ੍ਹ ਪੰਜਾਬ ਦਾ ਰਹੂਗਾ, ਪਰ ਉਹਦੇ 'ਚ ਇਹ ਰਹੀ 60 ਤੇ 40 ਦੀ ਰੇਸ਼ੋ ਰਹੀ। ਉਹ ਰੇਸ਼ੋ ਜਿਹੜੀ ਅਜੇ ਤੱਕ ਕੋਈ ਕਿਸੇ ਪਾਸੇ ਪੂਰੀ ਨਹੀਂ ਹੋਈ। ਨਾ ਤਾਂ ਅਕਾਲੀ ਉਹਦੇ ਪਿੱਛੇ ਲੱਗੇ ਪੂਰੀ ਤਰ੍ਹਾਂ, ਨਾ ਕਾਂਗਰਸ ਨੇ ਕੁਝ ਕੀਤਾ। ਜਿਹੜੀਆਂ 2 ਪਾਰਟੀਆਂ ਪਾਵਰ 'ਚ ਰਹੀਆਂ, ਉਦੋਂ ਬਾਅਦ ਇਹਨਾਂ ਨੇ ਨਹੀਂ, ਇਹ ਚੁੱਪ ਹੋ ਗਏ ਤੇ ਦਖਲਅੰਦਾਜ਼ੀ ਸੈਂਟਰ ਦੀ ਚੱਲਦੀ ਰਹੀ। ਪਰ ਇਹ ਫਿਰ ਦੁਬਾਰਾ ਇਹ ਮਾਮਲਾ ਸਰਜੀਤ ਹੋ ਗਿਆ ਦੁਬਾਰਾ ਫਿਰ ਉਸੇ ਤਰ੍ਹਾਂ ਹੀ। ਇਹ ਇਸੇ ਤਰ੍ਹਾਂ ਛੋਪਲੇ ਜਿਹੇ ਉਹਨਾਂ ਨੇ ਅਨਾਉਂਸ ਕਰ ਦਿੱਤਾ
ਜਿੱਦਾਂ ਨੋਟਬੰਦੀ ਦਾ ਕਰ ਦਿੱਤਾ ਸੀ, ਉਸੇ ਤਰ੍ਹਾਂ ਇਹ ਕਰ ਦਿੱਤਾ। ਲੋਕਾਂ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਗਈ, ਕਿਸੇ ਨੂੰ ਪਤਾ ਵੀ ਨਹੀਂ ਲੱਗਾ, ਨਾਲ ਹੀ ਇੰਪਲੀਮੈਂਟ ਹੋ ਗਿਆ ਤੇ ਲੋਕ ਇਸੇ ਤਰ੍ਹਾਂ ਤੋਂ ਪਿੱਛੇ ਹੋ ਗਏ। ਪਰ ਗੱਲ ਰਹੀ ਜਿਹੜੀ ਵਿਧਾਨ ਸਭਾ 'ਚ ਹੁੰਦੀ ਜਾਂ ਸੈਂਟਰ ਗਵਰਨਮੈਂਟ ਤੇ ਲੋਕ ਸਭਾ ਦੋਵਾਂ ਸਦਨਾਂ 'ਚ ਹੁੰਦੀ ਹੈ, ਇਹ ਲੋਕਾਂ ਤੱਕ ਤਾਂ ਗੱਲ ਪਹੁੰਚਦੀ ਹੈ ਜਿੱਥੇ ਵੀ ਹੁੰਦੀ ਹੈ। ਪਰ ਇਹ ਮੁੱਦਾ ਕਿਉਂ ਨਾ ਉਦੋਂ ਲੋਕ ਸਭਾ 'ਚ ਇਸ਼ੂ ਬਣਾ ਲੈਂਦੇ, ਉਹਦੇ 'ਚ ਗੱਲਬਾਤ ਹੁੰਦੀ, ਦੋਵੇਂ ਸਦਨ ਹੇਠਲਾ ਤੋਂ ਉੱਪਰਲਾ ਸਦਨ ਇੱਥੇ ਰਜਾਮੰਦੀ ਦਰਸਾਉਂਦੇ, ਰਾਸ਼ਟਰਪਤੀ ਕੋ ਜਾਂਦਾ, ਗੱਲ ਪ੍ਰੋਸੀਜਰ 'ਚ ਜਾਂਦੀ। ਇੱਕਦਮ ਹੋਮ ਮਿਨਿਸਟਰ ਜਿਹੜੇ ਆ ਉਹਨਾਂ ਨੇ ਅਨਾਉਂਸ ਕਰ ਦਿੱਤਾ। ਪਰ ਇਹਦੇ ਅਨਾਉਂਸ ਨਾਲ ਜਿਹੜਾ ਲੋਕਾਂ 'ਚ ਰੋਸ ਪੈਦਾ ਹੋ ਗਿਆ। ਰੋਸ ਪੈਦਾ ਹੋਣ ਨਾਲ ਜਿਹੜੇ ਸਾਡੇ NRI ਵੀਰ ਉਹ ਵੀ ਇਸ ਗੱਲ ਤੇ ਨਾਰਾਜ਼ ਹੋ ਗਏ, ਜਿੰਨੇ ਪ੍ਰਵਾਸੀ ਭਾਰਤੀ ਉਹ ਵੀ ਨਾਰਾਜ਼ ਹੋ ਗਏ। ਬਾਕੀ ਜਿਹੜੇ ਇੱਥੋਂ ਦੇ ਵਸਿੰਦੇ ਉਹਨਾਂ ਨੇ ਤਾਂ ਨਾਰਾਜ਼ ਹੋਣਾ ਹੀ ਹੋਣਾ, ਕਿਉਂਕਿ ਚੰਡੀਗੜ੍ਹ 'ਚ ਬਹੁਤ ਕੰਮ ਆਪਾਂ ਨੂੰ, ਚੰਡੀਗੜ੍ਹ ਆਪਣਾ ਰਾਜਧਾਨੀ ਆ, ਇਹਦੇ 'ਚ ਇੰਨਾ ਕੰਮ ਹੁੰਦਾ। ਜੇ ਸਾਡੇ ਹੱਥੋਂ ਨਿਕਲ ਗਿਆ ਤੇ ਇਹਦਾ ਮਤਲਬ ਸਾਡੇ ਕੋਲ ਪਾਵਰ ਗਈ, ਸਾਡੇ ਕੋਲ ਰਾਜਨੀਤੀ ਗਈ, ਸਾਡੇ ਕੋਲ ਜੋ ਸਿਲਸਿਲਾ ਬਣਿਆ ਉਹ ਢਾਂਚਾ ਢਹਿ ਢੇਰੀ ਹੋ ਗਿਆ। ਬਿਲਕੁਲ ਜੀ, ਇਹ ਸਟੇਟ ਦਾ ਤੇ ਸੈਂਟਰ ਦਾ ਜਿਹੜਾ ਟਕਰਾਓ ਹੈ ਨਾ, ਇਹ ਸਾਨੂੰ ਹੁਣ ਸਾਫ਼ ਵਿਖਾਈ ਦਿੰਦਾ ਹੈ। ਬਿਲਕੁਲ। ਤੇ ਨਾਲ ਦੀ ਨਾਲ ਜਿਹੜੀ ਰੂਰਲ ਡਿਵੈਲਪਮੈਂਟ ਵਾਸਤੇ ਸਾਰੀ ਰਾਸ਼ੀ ਉਹਨਾਂ ਨੇ ਅਲਾਟ ਕੀਤੀ ਸੀ ਉਹ ਵੀ ਰੋਕੀ ਗਈ ਹੈ। ਉਹ ਵੀ 1966 ਦੇ ਵਿੱਚ ਜਿਹੜਾ ਪਾਸ ਹੋਇਆ ਹੈ ਐਕਟ ਰੂਰਲ ਡਿਵੈਲਪਮੈਂਟ ਵਾਸਤੇ, ਉਹਦੀ ਜਿਹੜੀ ਕਲੌਜ਼ 7 ਹੈ ਉਹਦੇ ਮੁਤਾਬਿਕ ਜੋ ਸਭ ਕੁਝ ਹੁੰਦਾ ਉਹਦੇ ਵਿੱਚ ਵੀ ਸੋਧ ਕਰਨ ਵਾਸਤੇ ਕਿਹਾ। ਕਿਉਂਕਿ ਪਹਿਲਾਂ 4700 ਕਰੋੜ ਦਾ ਜਿਹੜਾ ਪੈਸਾ ਦਿੱਤਾ ਗਿਆ ਸੀ, ਕਿਉਂਕਿ ਇਹ ਉਸ ਵਕਤ ਡਿਸਕ੍ਰਿਸ਼ਨ ਪਾਵਰ ਸੀਗੀ CM ਦੀ, ਜਿੱਥੇ ਮਰਜ਼ੀ ਖਰਚੋ ਇਹ ਪੈਸਾ, ਇਹਦਾ ਕੋਈ ਹਿਸਾਬ ਕਿਤਾਬ ਨਹੀਂ। ਤਾਂ ਉਹ ਕਹਿੰਦੇ ਨੇ ਕਿ ਜਿਹੜਾ ਪਹਿਲਾਂ ਪੈਸਾ ਦਿੱਤਾ ਗਿਆ ਉਹਦਾ ਹਿਸਾਬ ਕਿਤਾਬ, ਔਰ ਇਸ ਵਕਤ ਇਹਦੇ ਸੋਧ ਕਰੋ ਕਿ ਜਿਹੜਾ ਇਹ ਪੈਸਾ ਹੈ ਇਹ ਸਿਰਫ ਰੂਰਲ ਡਿਵੈਲਪਮੈਂਟ ਦੇ ਉੱਤੇ ਹੀ ਖਰਚ ਹੋਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਜਿੱਥੇ ਮਰਜ਼ੀ ਖਰਚ ਕਰੀ ਜਾਓ ਤੇ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ। ਖੈਰ, ਇੱਕ ਐਂਗਲ ਤੋਂ ਇਹ ਵੀ ਗੱਲ ਠੀਕ ਹੈ। ਔਰ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਉਹਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਮਾਨ ਸਾਹਿਬ ਦੀ ਸਰਕਾਰ ਨੂੰ, ਇੱਕ ਸਪਸ਼ਟ ਗੱਲ ਸਾਹਮਣੇ ਆ ਰਹੀ ਹੈ। ਔਰ ਉਹਨਾਂ ਨੇ ਐਸੀਆਂ ਰਿਵਾਇਤਾਂ ਚਲਾਈਆਂ ਨੇ, ਮਤਲਬ ਪੰਜਾਬ ਨੂੰ ਖਾ ਹੀ ਗਏ ਨੇ, ਨਿਚੋੜ ਕੇ ਹੀ ਖਾ ਗਏ ਨੇ, ਪੱਲੇ ਕੁਝ ਨਹੀਂ ਛੱਡਿਆ, ਸਾਰਾ ਕੁਝ ਗਿਰਵੀ ਧਰ ਕੇ ਰੱਖ ਦਿੱਤਾ। ਔਰ ਇਸ ਵਕਤ ਖਜ਼ਾਨਾ ਬਿਲਕੁਲ ਖੜਕਣ ਡਿਆ, ਡੱਬੇ ਖਾਲੀ ਵਾਕਣ ਤੇ ਉਹਦੇ 'ਚ ਕੁਝ ਹੈ ਨਹੀਂ। ਤੇ ਮਾਨ ਸਾਹਿਬ ਦੇ ਚਿਹਰੇ ਦੇ ਉੱਤੇ ਤੁਸੀਂ ਦੇਖੋ, ਉਹ ਤੁਹਾਨੂੰ ਚਿੰਤਾਵਾਂ ਦਿਖਾਈ ਦਿੰਦੀਆਂ। ਬਿਲਕੁਲ ਠੀਕ ਹੈ ਨਾ, ਜਿਵੇਂ ਪਹਿਲਾਂ ਹੱਸਦੇ ਖੇਡਦੇ ਰਹਿੰਦੇ ਸੀ, ਉਸ ਚੀਜ਼ 'ਚੋਂ ਤੁਸੀਂ ਕਾਫੀ ਚੇਂਜ ਮਹਿਸੂਸ ਕਰਦੇ ਹੋ। ਉਹਨਾਂ ਲੋਕਾਂ ਨੂੰ ਹਸਾਇਆ, ਉਹਨਾਂ ਆਪ ਮਾਯੂਸ ਆ ਗਏ, ਆਪ ਮਾਯੂਸ ਹੋ ਗਏ ਨੇ। ਔਰ ਚਿਹਰੇ ਦੇ ਉੱਤੇ ਚਿੰਤਾ ਝਲਕ ਰਹੀ ਹੈ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਜਵਾਬ ਕੀ ਦੇਵਾਂ। ਜ਼ਿੰਮੇਵਾਰੀ ਹੈ ਨਾ, ਜ਼ਿੰਮੇਵਾਰੀ ਬਹੁਤ ਵੱਡੀ ਆ। ਤਾਂ ਆਹ ਹਾਲਾਤ ਨੇ। ਹੁਣ ਇੱਧਰੋਂ ਵੀ ਫੰਡ ਰੁਕ ਗਏ ਨੇ। ਖੈਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਸਤੇ ਜਿਹੜਾ ਹੰਬਲਾ ਮਾਰਿਆ ਸੈਂਟਰ ਗਵਰਨਮੈਂਟ ਨੇ, ਉਹਨਾਂ ਨੂੰ ਦਿੱਤੇ ਨੇ ਫੰਡਸ ਔਰ ਰਿਸਰਚ ਵਾਸਤੇ ਕਿਹਾ ਹੈ, ਉਹ ਤਾਂ CM ਸਾਹਿਬ ਨੇ ਜ਼ਰੂਰ ਥੈਂਕਸ ਕੀਤਾ। ਪਰ ਇਹ ਰੂਰਲ ਡਿਵੈਲਪਮੈਂਟ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਹੜੀ ਹੁਣ ਕਣਕ ਦੀ ਕਟਾਈ ਹੋਣੀ ਆ, ਨਵੀਂ ਫਸਲ ਆਉਣੀ ਹੈ, ਇਹ ਇਸੇ ਫੰਡ ਨਾਲ ਖਰੀਦੀ ਜਾਏਗੀ ਔਰ ਇਸੇ ਫੰਡ ਨਾਲ ਹੀ ਸਾਂਭ ਸੰਭਾਲ ਹੋਣੀ ਹੈ। ਹੁਣ ਇਹੀ ਫੰਡ ਰੁਕ ਗਿਆ। ਹੁਣ ਇਹ ਛੇਤੀ ਤੋਂ ਛੇਤੀ ਇਜਲਾਸ ਦੇ ਵਿੱਚ ਇਹਦੇ ਉੱਤੇ ਫੈਸਲਾ ਹੋਣਾ ਚਾਹੀਦਾ। ਹਾਂ, ਰੂਰਲ ਡਿਵੈਲਪਮੈਂਟ ਜਿਹੜੀ ਹੈਗਾ ਦਾ ਮਸਲਾ ਵੈਸੇ ਗੰਭੀਰ ਵੀ ਆ, ਕਿਉਂਕਿ ਜੇ ਰੂਰਲ ਡਿਵੈਲਪਮੈਂਟ ਹੋਏਗੀ, ਜੇ ਪਿੰਡਾਂ ਦਾ ਵਿਕਾਸ ਹੋਊਗਾ ਤਾਂ ਤਾਂ ਲੋਕ ਸਰ ਐਗਰੀਰੀਅਨ ਸਾਡੀ ਇਕਨੋਮੀ ਹੈ ਸਾਰੀ, ਅੱਗੇ ਵਧਣਗੇ। ਪਰ ਇਹਦੇ 'ਚ ਜਿਹੜਾ ਫੰਡਿੰਗ ਆਉਂਦੀ ਆ, ਕੁਝ ਤਾਂ ਉਣਤਾਈਆਂ ਰਹੀਆਂ ਪਿਛਲੀ ਸਰਕਾਰਾਂ 'ਚ, ਪੈਸਾ ਕਿਸ ਕੰਮ ਲਈ ਆਇਆ ਤੇ ਕਿੱਧਰ ਜਾ ਲੱਗਿਆ, ਇਹ ਤਾਂ ਹੈ ਹੀ ਆ। ਜਿਸ ਤਰ੍ਹਾਂ ਹੁਣ ਇਸੇ ਤਰ੍ਹਾਂ ਹੀ ਆਪਣੇ ਜਿਹੜੀ ਗ੍ਰਾਮ ਸਭਾਵਾਂ, ਇਹਨਾਂ ਦਾ ਜਿਹੜਾ ਇਜਲਾਸ ਰੱਖਣੇ ਇਹਨਾਂ ਨੇ, ਕਿਉਂਕਿ ਇਹਦੇ ਵਿੱਚ ਸਾਰੇ ਸ਼ਾਮਲ ਹੁੰਦੇ ਆ। ਗ੍ਰਾਮ ਸਭਾ ਦੀ ਜਦੋਂ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਾਰੇ ਸ਼ਾਮਲ ਹੁੰਦੇ ਆ, ਤਾਂ ਉਹ ਮੁੱਦੇ ਜਿਹੜੇ ਸਾਰੇ ਲੋਕਾਂ ਨੂੰ ਚਾਹੀਦੇ ਉਹ ਉਹਦੇ ਵਿੱਚ ਨਜਿੱਠੇ ਜਾਂਦੇ ਆ। ਇਹਨਾਂ ਨੇ ਕਿਹਾ ਵੀ ਇੱਕਦਮ ਸਾਰੇ ਪੰਜਾਬ ਦੀ ਜਿੰਨੀਆਂ ਪੰਚਾਇਤਾਂ ਵਾ ਉਹਨਾਂ ਨੂੰ ਇਹ ਆਦੇਸ਼ ਹੈ ਕਿ ਉਹ ਸਾਰੇ ਗ੍ਰਾਮ ਸਭਾਵਾਂ ਦਾ ਇੱਕ ਵਾਰੀ ਇਸ ਤਰ੍ਹਾਂ ਦੀ ਮੀਟਿੰਗਾਂ ਕਰਨ, ਜਿਹੜੀਆਂ ਮੀਟਿੰਗਾਂ ਦੇ ਵਿੱਚ ਸਾਂਝੇ ਮੁੱਦੇ ਸਾਹਮਣੇ ਆ ਸਕਦੇ ਆ, ਜਿਹਦੇ 'ਚ ਉਹ ਲੋਕਾਂ ਦਾ ਵਿਕਾਸ ਹੋ ਸਕਦਾ ਜਿਹੜਾ ਪੈਸਾ ਆਇਆ। ਪਰ ਇਹਦੇ 'ਚ ਆਪਣੇ ਮਾਨ ਸਾਹਿਬ ਨੇ ਇਹ ਕਹਿਤਾ ਹੈਗਾ ਕਿ ਜਿਹੜਾ ਪੈਸਾ ਸੈਂਕਸ਼ਨ ਹੋ ਗਿਆ, ਜਾਂ ਇਹਨਾਂ ਦੇ ਮੰਤਰੀ ਨੇ ਕਹਿਤਾ ਜਿੰਨਾ ਪੈਸਾ ਸੈਂਕਸ਼ਨ ਆਇਆ ਅਜੇ ਤੱਕ ਰੋਕ ਲੱਗੂਗੀ ਇਹਦੇ 'ਤੇ, ਜਿੱਥੇ ਖਰਚਣਾ। ਪਿਛਲਾ ਹਿਸਾਬ ਕਿਤਾਬ ਪਹਿਲਾਂ ਦੇਖਿਆ ਜਾਵੇ। ਬਿਲਕੁਲ ਜੀ, ਪਿਛਲਾ ਹਿਸਾਬ ਕਿਤਾਬ ਇਸ ਤਰ੍ਹਾਂ ਹੋਇਆ ਕਿ ਪੈਸਾ ਕਿਸੇ ਕੰਮ ਲਈ ਆ ਤੇ ਲੱਗਿਆ ਕਿਸੇ ਪਾਸੇ ਆ। ਜਦੋਂ ਉਹ ਪੈਸਾ ਦੀ ਮੰਗ ਕੀਤੀ ਆ ਤੇ ਸਰਪੰਚਾਂ ਨੂੰ ਤੇ ਮੈਂਬਰਾਂ ਨੂੰ ਤੇ ਪੰਚਾਇਤਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਇਹ ਕਿੱਧਰੋਂ ਆ ਗਿਆ ਇਹ ਸਾਰਾ ਆਦੇਸ਼। ਜਦੋਂ ਕਿ ਪੈਸਾ ਆਇਆ ਕਿਸੇ ਕੰਮ ਲਈ ਆ, ਉਹਦੇ 'ਚ ਹਿੱਸਾ ਪੱਤੀ ਵੀ ਹੁੰਦੀ, ਜਿਹਦੇ 'ਚ ਵੀ ਉੱਪਰ ਤੱਕ ਜਾਂਦੀ ਹੈ, BDPO ਆ ਤੇ ਉੱਪਰ ਤੱਕ ਜਾਂਦੀ, ਸਾਰਾ ਕੁਝ ਸਰਪੰਚ ਤੱਕ ਜਾਂਦੀ ਹੈ। ਹੁਣ ਇਹਨਾਂ ਨੂੰ ਉਹ ਜਿਹੜੀਆਂ ਗੰਢਾਂ ਦਿੱਤੀਆਂ ਉਹਨਾਂ ਨੂੰ ਖੋਲ੍ਹਣਾ ਬੜਾ ਔਖਾ ਹੋਊਗਾ। ਇਸ ਕਰਕੇ ਔਖਾ ਕਿਉਂਕਿ ਇੱਕ ਪਾਸੇ ਤਾਂ ਲੋਕ ਵਿਕਾਸ ਮੰਗਦੇ ਆ, ਗਲੀਆਂ ਨਾਲੀਆਂ ਵੀ ਚਾਹੁੰਦੇ ਆ ਬਣਾਉਣੀਆਂ, ਪਿੰਡਾਂ 'ਚ ਜਿਹੜਾ ਸੜਕਾਂ ਵੀ ਬਣਨੀਆਂ ਚਾਹੀਦੀਆਂ ਹੈਗੀਆਂ, ਬਾਕੀ ਜਿਹੜੇ ਪਿੰਡਾਂ ਦੇ ਸਕੂਲ ਆ ਉਹ ਵੀ ਉਹਨਾਂ ਦਾ ਵੀ ਮਿਆਰ ਉੱਪਰ ਚੁੱਕਣਾ ਚਾਹੀਦਾ ਵਾ। ਇਹਦੇ ਵਿੱਚ ਕਈ ਵਿਕਾਸ ਦੀਆਂ ਪਿੰਡਾਂ ਦੀਆਂ ਗੱਲਾਂ ਵਾ ਜਿਨ੍ਹਾਂ ਨੂੰ ਅਸੀਂ ਇਹ ਮੱਦੇ ਨਜ਼ਰ ਰੱਖਦੇ ਸੋਚ ਰਹੇ ਸੀ, ਪਰ ਇਹਦੇ 'ਚ ਲੋਕ ਤਾਂ ਇਸ ਗੱਲੋਂ ਨਾਰਾਜ਼ ਵੀ ਪੈਸਾ ਆਇਆ ਕਿਉਂ ਮੋੜ ਰਿਹਾ।
ਪਰ ਇਹ ਗੱਲ ਦੀ ਗੱਲ ਇਹ ਬਣ ਗਈ, ਗੱਲ ਦੀ ਲੱਲ ਵੀ ਬਣ ਗਈ ਕਿ ਇਹ ਗੱਲ ਪੈਸਾ ਆ ਕੇ ਵਰਤਿਆ ਕਿਉਂ ਨਹੀਂ ਜਾ ਰਿਹਾ। ਵਰਤਿਆ ਇਸ ਕਰਕੇ ਨਹੀਂ ਗਿਆ ਕਿ ਪੈਸਾ ਨਜਾਇਜ਼ ਥਾਵਾਂ ਤੇ ਲੱਗ ਗਿਆ। ਜਿੱਥੇ ਪੈਸਾ ਆਇਆ ਸੀ ਉੱਥੇ ਨਹੀਂ ਲੱਗਿਆ। ਇਹਨਾਂ ਨੂੰ ਪਤਾ ਲੱਗਾ ਕਿ ਇਹਨੂੰ ਹੁਣ ਕਿਉਂ ਨਾ ਰੋਕਿਆ ਜਾਵੇ, ਕਿ ਕਿਉਂ ਨਾ ਸਕੀਮਾਂ ਦਿੱਤੀਆਂ ਜਾਣ। ਸਕੀਮਾਂ ਦੇ ਕੇ ਜਿਹੜਾ ਮਾਡਲ ਤਿਆਰ ਹੋਇਆ ਸੀ, ਮਾਡਲ ਤਿਆਰ ਦੇ ਨਾਲ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ, ਪੈਸਾ ਸਹੀ ਜਗ੍ਹਾ ਤੇ ਲੱਗ ਜਾਵੇ ਤਾਂ ਕਿ ਪਿੰਡਾਂ ਦਾ ਵਿਕਾਸ ਹੋਵੇ। ਕਈ ਪਿੰਡਾਂ ਨੂੰ ਅਜੇ ਮਾਲਵੇ ਦੇ ਕੁਝ ਪਿੰਡ ਆ ਜਿਨ੍ਹਾਂ ਨੂੰ ਚੰਗੀਆਂ ਸੜਕਾਂ ਵੀ ਨਹੀਂ ਜਾ ਰਹੀਆਂ, ਜਿਹੜੇ ਰਿਮੋਟ ਏਰੀਆ 'ਚ। ਚਾਹੇ ਬਾਦਲ ਸਾਹਿਬ ਨੇ ਉੱਧਰ ਬਹੁਤ ਵਿਕਾਸ ਕੀਤਾ, ਪਰ ਉਹਦੇ 'ਚ ਮਾਝੇ 'ਚ ਵੀ ਇਸ ਤਰ੍ਹਾਂ ਦੇ ਕਈ ਪਿੰਡ ਹੈਗੇ। ਕੁਝ ਲੋਕ ਜਿੱਥੇ ਵਿਚਾਰਿਆਂ ਦਾ ਇੰਨੀ ਅਪਰੋਚ ਨਹੀਂ ਜਾਂ ਉਹ ਸਰਕਾਰੀ ਦਰਬਾਰੇ ਨਹੀਂ ਪਹੁੰਚ ਸਕਦੇ, ਪਰ ਉਹਨਾਂ ਨੂੰ ਉਹ ਬਰਾਬਰਤਾ ਨਹੀਂ ਮਿਲੀ। ਇਹ ਚੀਜ਼ਾਂ ਜਿਹੜੀਆਂ ਇਕੁਐਲਿਟੀ ਨਹੀਂ, ਜਿੱਥੇ ਬਰਾਬਰਤਾ ਨਹੀਂ, ਜਿੱਥੇ ਪੈਸਾ ਪੂਰਾ ਖਰਚਿਆ ਨਹੀਂ ਗਿਆ। ਪੈਸਾ ਤਾਂ ਸਾਰੀ ਪਬਲਿਕ ਲਈ ਆਉਂਦਾ, ਨਾ ਕਿ ਮੁੱਠੀ ਭਰ ਲੋਕਾਂ ਲਈ, ਨਾ ਕਿ 2-4 ਲੋਕਾਂ ਲਈ। ਇੱਥੇ ਜਿੱਥੇ ਕਾਣੀ ਵੰਡ ਹੁੰਦੀ ਹੈ, ਜਿੱਥੇ ਪੈਸਾ ਨਹੀਂ ਵੰਡਿਆ ਜਾਂਦਾ, ਉੱਥੇ ਫਿਰ ਰੂਰਲ ਡਿਵੈਲਪਮੈਂਟ ਰੁਕ ਜਾਂਦੀ ਹੈ। ਇਸੇ ਗੱਲ ਨੂੰ ਮਾਨ ਸਾਹਿਬ ਦੀ ਸਰਕਾਰ ਨੇ ਵੀ ਲੈਂਦਾ ਆਪਣੇ ਦਿਮਾਗ ਤੇ ਵੀ ਇਹ ਗੱਲ ਨੂੰ ਰੋਕਿਆ ਜਾਵੇ ਤਾਂ ਕਿ ਜਿਹੜਾ ਇਹ ਪੈਸਾ ਸਹੀ ਜਗ੍ਹਾ ਤੇ ਲੱਗ ਜਾਵੇ। ਹੁਣ ਜਿਹੜੀਆਂ ਮਗਨਰੇਗਾ ਦਾ ਵੀ ਪੈਸਾ ਸੀਗਾ ਸਹੀ ਜਗ੍ਹਾ ਤੇ, ਉਹ ਵੀ ਤਰੀਕੇ ਨਾਲ ਨਹੀਂ ਵਰਤਿਆ ਗਿਆ। ਕਈ ਜਗ੍ਹਾ ਤੇ ਫੰਡਿੰਗ ਘੱਟ ਗਈ, ਕਈਆਂ ਤੇ ਵੱਧ ਗਈ, ਕਈਆਂ ਨੂੰ ਉਹ ਰੁਜ਼ਗਾਰ ਮਿਲਿਆ ਹੀ ਨਹੀਂਗਾ। ਇਹ ਹੁੰਦੀ ਆ ਕਾਂਟ ਛਾਂਟ, ਜਿਹਦੇ ਵਿੱਚ ਲੋਕਾਂ ਨੂੰ ਪੂਰਾ ਪੈਸਾ ਮਿਲਣਾ ਨਹੀਂ ਹੈ ਤੇ ਲੋਕ ਵਿਚਾਰੇ ਰੋਂਦੇ ਰਹਿ ਜਾਂਦੇ ਆ। ਤੇ ਕੁਝ ਬੰਦੇ ਜਿਨ੍ਹਾਂ ਦਾ ਹੱਥ ਪੈਂਦਾ ਅੱਗੇ, ਉਹ ਆਪਣਾ ਪੈਸਾ ਅੱਗੇ ਨੂੰ ਲੈ ਆਉਂਦੇ ਆ ਤੇ ਲਿਆ ਕੇ ਆਪਣੇ ਸਾਰਿਆਂ 'ਚ ਵੰਡ ਲੈਂਦੇ ਆ। ਇਹ ਹੁੰਦਾ ਵੀ ਅੰਨਾ ਵੰਡੇ ਰੇਵੜੀਆਂ ਤੇ ਮੁੜ ਆਪਣੇ ਨੂੰ ਦਵੇ। ਤੁਸੀਂ ਦੇਖੋ ਨਾ, ਤਾਂ ਹੀ ਸਰਕਾਰ ਨੇ ਰੂਲ ਦਿੱਤਾ ਹੈ ਕਿ ਪੇਂਡੂ ਵਿਕਾਸ ਵਾਸਤੇ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਫੰਡ ਦਿੱਤੇ ਜਾਂਦੇ ਨੇ, ਸਟਾਪ ਕਰੋ। ਪਹਿਲਾਂ ਉਹਨਾਂ ਦੀ ਸਾਰੀ ਤਹਿਕੀਕਾਤ ਹੋਏਗੀ, ਉਸ ਤੋਂ ਬਾਅਦ ਦੇਖਾਂਗੇ ਕਿਉਂ। ਕਿਉਂਕਿ ਇਹ ਮਸਲੇ ਵੀ ਸਾਹਮਣੇ ਆਏ ਨੇ ਕਿ ਜਿਹੜੇ ਸਰਪੰਚ ਨੇ ਪੈਸੇ ਖਾ ਜਾਂਦੇ ਨੇ, ਸਾਰੇ ਨਹੀਂ ਪਰ ਕੁਝ ਗਿਣਵੇਂ ਚੁਣਵੇਂ ਹੈਗੇ ਨੇ ਇੰਨੇ ਜਿਹੜੇ ਖਾਂਦੇ ਨੇ। ਇਹ ਗੱਲ ਉੱਤੇ ਤੱਕ ਪਹੁੰਚੀ ਹੈ। ਇਹਨੇ ਮੰਤਰੀ ਆਪਣੇ ਧਾਲੀਵਾਲ ਸਾਹਿਬ ਨੇ ਉਹਨਾਂ ਨੇ ਗੱਲ ਚੁੱਕੀ ਹੈ ਔਰ ਉੱਤੋਂ ਤੱਕ ਸਾਰਾ ਇੱਕ ਨੈਟਵਰਕ ਬਣਿਆ ਹੋਇਆ, ਉੱਪਰ ਤੱਕ ਸਾਰੇ ਖਾਂਦੇ ਨੇ। ਤੁਹਾਨੂੰ ਦੱਸਿਆ ਜਦੋਂ ਧਾਲੀਵਾਲ ਸਾਹਿਬ ਨੇ ਇੱਥੇ ਮੀਟਿੰਗ ਕੀਤੀ ਆ ਜਲੰਧਰ 'ਚ, ਜਲੰਧਰ ਜ਼ੋਨ ਦੇ ਵਿੱਚ ਸਰਕਟ ਹਾਊਸ ਮੀਟਿੰਗ ਸੀ ਉਹਨਾਂ ਦੀ, ਰੀਸੈਂਟਲੀ ਹੋਈ ਆ। ਉਹਦੇ 'ਚ 12,900 ਸਮਥਿੰਗ ਕੁਛ ਇੱਦਾਂ ਦਾ ਅੰਕੜਾ, ਜਿਹਦੇ 'ਚ ਜਿਹੜੀ ਜ਼ਮੀਨਾਂ ਨੇ ਨਾ ਇਹਦੇ ਨਾਲ, ਉਹ ਜ਼ਮੀਨਾਂ ਤੇ ਉੱਦਾਂ ਹੀ ਆਕੂਪਾਈ ਹੁੰਦੇ, ਉੱਦਾਂ ਹੀ ਕਬਜ਼ਾ ਹੋਇਆ। ਉਹਦਾ ਹੁਣ ਜਿਹੜਾ ਪੈਸਾ ਕਿੱਧਰ ਜਾ ਰਿਹਾ, ਜਦੋਂ ਇਹਦੀ ਨਿਲਾਮੀ ਹੁੰਦੀ ਹੈ ਨਾ, ਉਹ 'ਚ ਦੱਸਿਆ ਜਾਂਦਾ ਵੀ ਕੌਣ ਕੌਣ 'ਚ ਲੈ ਰਿਹਾ, ਕਿੰਨਾ ਪੈਸਾ ਆਇਆ। ਹੁਣ ਉਹਨਾਂ ਨੇ ਇਹ ਜ਼ਮੀਨ ਵੇਖੀ ਹੈ ਕਿੱਥੇ ਕਬਜ਼ਾ ਦਾ, ਕਿੱਥੇ ਪੈਸਾ ਗਿਆ। ਉਹ ਹੁਣ ਉਹਦੇ 'ਚ ਕਪੂਰਥਲਾ ਵੀ ਹੈ, ਹੁਸ਼ਿਆਰਪੁਰ ਵੀ ਹੈ, ਜਲੰਧਰ ਵੀ ਹੈਗਾ। ਇਹਦੀ ਜ਼ੋਨ ਆ, ਜ਼ੋਨ ਦੇ ਵਿੱਚ ਜਿਹੜੇ ਜ਼ਿਲ੍ਹੇ ਆ ਗਏ ਆ। ਹੁਣ ਇਸ ਤਰ੍ਹਾਂ ਦੀਆਂ ਜਦੋਂ ਗਲਤ ਗੱਲਾਂ ਹੁੰਦੀਆਂ, ਜਿਹੜੀਆਂ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ, ਉਹਨਾਂ ਨੇ ਆ ਕੇ ਇੱਥੇ ਮੀਟਿੰਗ ਲਈ, ਉਹਨਾਂ ਨੇ ਰੋਕ ਲਿਆ ਕੰਮ ਨੂੰ ਵੀ ਜਿਹੜੀਆਂ ਨਿਲਾਮੀਆਂ ਹੋ ਰਹੀਆਂ। ਹੁਣ ਤਾਂ ਕਣਕ ਆਈ ਹੈ ਨਾ, ਕਣਕ ਕੱਟੀ ਜਾਊਗੀ। ਕਣਕ ਕੱਟਣ ਤੋਂ ਬਾਅਦ ਫਿਰ ਇਹਦੇ 'ਚ ਝੋਨਾ ਵੀ ਲੱਗਣਾ ਹੈ ਨਾ, ਬਾਸਮਤੀ ਵੀ ਆਉਣੀ ਆ, ਦਾਲਾਂ ਵੀ ਉੱਗਣੀਆਂ ਤੇ ਸਬਜ਼ੀਆਂ ਵੀ ਉੱਗਣੀਆਂ। ਪਰ ਉਦੋਂ ਪਹਿਲਾਂ ਉਹ ਉਹਨਾਂ ਨੂੰ ਜਿਹੜੀ ਜ਼ਮੀਨਾਂ ਨੂੰ ਪਤਾ ਕੀਤਾ ਜਾਊਗਾ ਕਿੱਥੇ ਕਿੱਥੇ ਜ਼ਮੀਨ ਪਈ ਆ ਤੇ ਇਹਨੂੰ ਕੌਣ ਸੰਭਾਲ ਰਿਹਾ, ਕੌਣ ਫਸਲਵਾੜੀ ਬੀਜ ਰਿਹਾ। ਇਸ ਤਰ੍ਹਾਂ ਦੀਆਂ ਉਣਤਾਈਆਂ ਜਿਹੜੀਆਂ ਉਹ ਪੰਜਾਬ ਦੇ ਵਿਕਾਸ ਨੂੰ ਅੱਗੇ ਨਹੀਂ ਤੁਰਨ ਦਿੰਦੀਆਂ। ਦੇਖੋ ਨਾ, ਦੇਖੋ ਸਰ, ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਧਰਤੀ ਦੇ ਉੱਤੇ ਅਸੀਂ ਬਾਬਾ ਨਾਨਕ ਦੀ ਬਾਣੀ ਪੜ੍ਹਦੇ ਹਾਂ, ਜਿਸ ਧਰਤੀ ਦੇ ਉੱਤੇ ਦਸ਼ਮੇਸ਼ ਪਿਤਾ ਨੇ ਆਪਣਾ ਪੂਰਾ ਪਰਿਵਾਰ ਦੇਸ਼ ਦੇ ਉੱਤੇ ਵਾਰ ਦਿੱਤਾ, ਅਸੀਂ ਉਸੇ ਧਰਤੀ ਦੇ ਉੱਤੇ ਰਹਿਣ ਵਾਲੇ, ਅਸੀਂ ਕਹਿੰਦੇ ਆ ਕਿ ਅਸੀਂ ਉਹਨਾਂ ਦੀਆਂ ਸੰਤਾਨਾਂ, ਤੇ ਅਸੀਂ ਕਿੱਦਾਂ ਦੇ ਕੰਮ ਕਰਦੇ ਪਏ। ਦੇਖੋ ਬਾਣੀ 'ਚ ਸ਼ਰਮ ਨਹੀਂ ਆਉਂਦੀ ਇਹੋ ਜਿਹੇ ਕੰਮ ਕਰਦੇ। ਬਾਣੀ ਦੀ ਤੁਕ ਹੈ ਗੁਰੂ ਨਾਨਕ ਸਾਹਿਬ ਦੀ, ਉਹਦੇ 'ਚ ਇਹੀ ਹੈਗਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਹਾਂ, ਕਿਸੇ ਲਈ ਸੂਰ ਆ, ਕਿਸੇ ਲਈ ਗਾਇਆ, ਜੇ ਹੱਕ ਪਰਾਇਆ ਹੈ। ਕਿਉਂਕਿ ਮੁਹੰਮਦਨ ਸੂਰ ਨੂੰ ਮੰਨਦੇ ਆ ਔਰ ਹਿੰਦੂ ਸਾਰੀ ਕਮਿਊਨਿਟੀ ਗਾਂ ਦੀ ਪੂਜਾ ਕਰਦੀ ਆ। ਉਹਨਾਂ ਨੇ ਕਿਹਾ ਵੀ ਜੇ ਅਸੀਂ ਇਹ ਕਹਾਂਗੇ ਤਾਂ ਵਾਕਈ ਤੁਹਾਡੇ ਲਈ ਹੱਕ ਪਰਾਇਆ ਜਿਹੜਾ ਹੈਗਾ ਇਹ ਗਾਂ ਤੇ ਸੂਰ ਵਾਲੀ ਗੱਲ ਹੈ। ਜੇ ਅਸੀਂ ਇਸ ਚੀਜ਼ ਨੂੰ ਬਾਣੀ ਪੜ੍ਹਾਂਗੇ ਤੇ ਬਾਣੀ ਪੜ੍ਹਨ ਤੇ ਉੱਤੇ ਅਮਲ ਨਹੀਂ ਕਰਾਂਗੇ, ਗੁਰੂ ਸਾਹਿਬ ਦੇ ਆਦੇਸ਼ਾਂ ਤੇ ਨਹੀਂ ਚੱਲਾਂਗੇ, ਤੇ ਇਹ ਗੱਲ ਬੜੀ ਬੁਰੀ ਲੱਗੂਗੀ ਲੋਕਾਂ ਨੂੰ। ਕਿਉਂਕਿ ਹੁਣ ਬਹੁਤ ਸੂਝਵਾਨ ਹੋ ਗਏ ਲੋਕ, ਪੜ੍ਹ ਲਿਖ ਗਏ ਆ, ਸਾਰਾ ਕੁਝ ਹੋ ਗਿਆ, ਪਰ ਇੰਨੀ ਸੂਝ ਰੱਖਦਿਆਂ ਹੋਇਆਂ ਵੀ ਅਸੀਂ ਇਦਾਂ ਦੀਆਂ ਉਣਤਾਈਆਂ, ਇਦਾਂ ਦੀਆਂ ਗਲਤੀਆਂ ਨੂੰ ਦੂਰ ਨਹੀਂ ਕਰਾਂਗੇ ਤੇ ਅਸੀਂ ਕਿਉਂ ਨਹੀਂ ਸਬਕ ਲੈਂਦੇ ਬਾਹਰਲੇ ਦੇਸ਼ਾਂ ਕੋਲ। ਲੋਕ ਕਿੰਨੀ ਵਧੀਆ ਜ਼ਿੰਦਗੀ ਜੀ ਰਹੇ। ਬਾਹਰਲੇ ਦੇਸ਼ ਠੀਕ ਹੈ, ਉਹ ਜ਼ਿੰਦਗੀ ਜੀ ਰਹੇ ਨੇ। ਸਾਡੇ ਕੋਲ ਕਿੱਡਾ ਵਧੀਆ ਵਿਕਾਸ ਮਾਡਲ ਬਾਬਾ ਨਾਨਕ ਨੇ ਦਿੱਤਾ। ਕਿਰਤ ਕਰ, ਨਾਮ ਜਪ, ਵੰਡ ਛਕ। ਇਸ ਤੋਂ ਵਧੀਆ ਵਿਕਾਸ ਮਾਡਲ ਕਿਹੜਾ, ਇਸ ਤੋਂ ਵਧੀਆ ਇਕਨੋਮਿਕ ਮਾਡਲ ਕਿਹੜਾ? ਸਰਬੱਤ ਦਾ ਭਲਾ ਸਭ ਕੁਝ ਇਹਦੇ ਵਿੱਚ ਆ ਗਿਆ। ਸਰਬੱਤ ਦਾ ਭਲੇ ਲਈ ਓਬਰਾਏ ਸਾਹਿਬ ਦਾ ਇੱਕ ਟਰਸਟ ਆ, ਜਿਹਦੇ 'ਚ ਉਹਨਾਂ ਨੇ ਇਹ ਟਰਸਟ ਬਣਾਇਆ, ਜਿਹਦੇ 'ਚ ਦੁਬਈ 'ਚ ਵੀ ਉਹਨਾਂ ਬਹੁਤ ਮੁੰਡੇ ਜਿਹੜੇ ਕੋਈ ਕਤਲ ਹੋ ਗਏ ਜਾਂ ਕੁਛ ਹੋਇਆ ਸੀ, ਉਹਨਾਂ ਨੂੰ ਉੱਥੇ ਸਜ਼ਾਵਾਂ ਮਿਲਣੀਆਂ ਸੀ, ਉਹਨਾਂ ਨੇ ਆਪਣੇ ਕੋਲੋਂ ਕਰਕੇ ਉਹ ਸਰਬੱਤ ਦਾ ਭਲਾ ਦੇ ਰਾਹੀਂ ਉੱਥੋਂ ਉਹਨਾਂ ਨੂੰ ਛੁਡਵਾਇਆ, ਲਿਆਂਦਾ। ਪੰਜਾਬ 'ਚ ਜਿਹੜੇ ਲੋੜਵੰਦ ਨੇ ਜਾਂ ਜਿਨ੍ਹਾਂ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ, ਜਿਨ੍ਹਾਂ ਕੋਈ ਬੱਚਿਆਂ ਦੇ ਮਾਂ ਪਿਓ ਨਹੀਂ ਚੱਲ ਫਿਰ ਸਕਦੇ, ਔਰ ਜਿੱਥੇ ਵੈਂਟੀਲੇਟਰ ਦੀ ਜ਼ਰੂਰਤ ਆ, ਜਿੱਥੇ ਕੁਛ ਹਸਪੀਟਲ ਦੀ ਜ਼ਰੂਰਤ ਆ, ਉਹਨਾਂ ਨੇ ਕੰਮ ਕੀਤਾ। ਇਹ ਸਰਬੱਤ ਦਾ ਭਲਾ ਇਹ ਹੈ ਜਿਹੜੀ ਤੁਸੀਂ ਦੱਸੀ ਹੈ, ਗੁਰੂ ਸਾਹਿਬ ਦੇ ਆਦੇਸ਼ 'ਤੇ ਚੱਲ ਕੇ ਲੋਕਾਂ ਇਸ ਆਦੇਸ਼ ਦੀ ਪੈਰਵਾਈ ਕੀਤੀ ਹੈ ਤੇ ਲੋਕਾਂ ਨੂੰ ਸੁੱਖ ਵਾਲੇ ਪਾਸੇ ਨੂੰ ਲਿਆਂਦਾ। ਇਹ ਤਾਂ ਹੈਗੀਆਂ ਨਾ ਗੱਲਾਂ।
ਨਾ ਕਿ ਸਾਰੇ ਸਿੱਖ ਧਰਮ 'ਚ ਹੈ, ਹਿੰਦੂ ਧਰਮ 'ਚ ਵੀ ਬਹੁਤ ਹੈ, ਮੁਸਲਮਾਨ ਧਰਮ 'ਚ ਵੀ ਆ, ਸਾਰਿਆਂ ਦੇ ਲਈ ਇੱਕ ਸੁੱਖ ਪੈਦਾ ਕਰਨਾ, ਲੋਕਾਂ ਲਈ ਬਿਲਕੁਲ ਧਿਆਨ ਦੇਣਾ। ਬਾਬਾ ਨਾਨਕ ਜੀ ਦੀ ਸਿੱਖਿਆ ਪੰਜਾਬ ਦੇ ਸਾਰੇ ਲੋਕਾਂ ਵਾਸਤੇ, ਆਹ ਔਰ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਅਸੀਂ ਜੋ ਹਰਕਤਾਂ ਕਰਦੇ ਹਾਂ ਸਾਨੂੰ ਵਾਕਈ ਸ਼ਰਮ ਆਉਣੀ ਚਾਹੀਦੀ ਹੈ। ਹੁਣ ਦੂਜੀ ਗੱਲ ਆਪਾਂ ਲਈਏ ਕਿ ਸਕੂਲਾਂ ਦੀ ਗੱਲ ਕੀਤੀ, ਕਿਉਂਕਿ ਸਿੱਖਿਆ ਤੋਂ ਆਪਾਂ ਅੱਗੇ ਤੁਰਦੇ ਹਾਂ। ਹੁਣ ਮਾਨ ਸਾਹਿਬ ਨੇ ਵੀ ਕਿਹਾ ਜਿਹੜੇ ਪ੍ਰਾਈਵੇਟ ਸਕੂਲ ਨੇ, ਕਿਉਂਕਿ ਜੇ ਪੂਰੀ ਗਿਣਤੀ ਦੇਖੀਏ ਤਾਂ 60% ਤੋਂ ਜ਼ਿਆਦਾ ਸਰਕਾਰੀ ਸਕੂਲ ਨੇ ਪੰਜਾਬ ਦੀ ਧਰਤੀ ਦੇ ਉੱਤੇ, ਬਾਕੀ ਲਗਭਗ 9000 ਸਕੂਲ ਆ ਪੰਜਾਬ 'ਚ। ਹਾਂਜੀ, ਤੇ ਹੁਣ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਵਾਸਤੇ ਕਿਹਾ ਗਿਆ ਕਿ ਤੁਸੀਂ ਫੀਸਾਂ ਨਹੀਂ ਵਧਾਓਗੇ, ਮਜਬੂਰ ਨਹੀਂ ਕਰੋਗੇ ਕਿ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਲੈਣੀਆਂ ਨੇ, ਇੱਕੋ ਹੀ ਦੁਕਾਨ ਤੋਂ ਵਰਦੀਆਂ ਲੈਣੀਆਂ ਨੇ, ਕਿਉਂਕਿ ਹਿੱਸੇ ਤਾਂ ਇਹਨੇ ਪਰਸੈਂਟੇਜ ਮਿਲਦੀ ਹੈ। ਜਿਹੜੀ ਦੁਕਾਨ ਦੇ ਉੱਤੋਂ ਕਿਤਾਬਾਂ ਲੈਣ ਜਾਣਗੇ ਵਿਦਿਆਰਥੀ, ਉੱਤੋਂ ਪਰਸੈਂਟੇਜ ਮਿਲਦੀ ਸਕੂਲ ਦੀ ਮੈਨੇਜਮੈਂਟ ਨੂੰ, ਜਿੱਥੋਂ ਵਰਦੀਆਂ ਲੈਣਗੇ ਉੱਥੋਂ ਮੈਨੇਜਮੈਂਟ ਨੂੰ ਮਿਲਦੀ ਆ ਪਰਸੈਂਟੇਜ, ਇਸ ਕਰਕੇ ਉੱਥੋਂ ਲਵੋ। ਪਰ ਉਹ ਮੋਨੋਪੋਲੀ ਹੋ ਜਾਂਦੀ ਹੈ, ਉਹ ਮਹਿੰਗੀਆਂ ਕਿਤਾਬਾਂ ਦੇਣਗੇ, ਮਹਿੰਗੀਆਂ ਵਰਦੀਆਂ ਦੇਣਗੇ, ਤੇ ਗਰੀਬ ਕੀ ਕਰੇ। ਇਸ ਕਰਕੇ ਹੁਣ ਕਿਹਾ ਕਿ ਜਦੋਂ ਤੱਕ ਨਵੀਂ ਪਾਲਿਸੀ ਅਸੀਂ ਨਹੀਂ ਬਣਾਉਂਦੇ, ਤੁਸੀਂ ਫੀਸ ਵੀ ਉਨੀ ਰੱਖੋਗੇ ਤੇ ਕਿਸੇ ਮਾਂ-ਬਾਪ ਨੂੰ ਮਜਬੂਰ ਨਹੀਂ ਕਰੋਗੇ, ਕਿਤਾਬਾਂ ਜਿੱਥੋਂ ਮਰਜ਼ੀ ਲੈਣ, ਵਰਦੀਆਂ ਜਿੱਥੋਂ ਮਰਜ਼ੀ ਲੈਣ। ਸੋ ਇਹ ਪੁਆਇੰਟ ਉਹਨਾਂ ਨੇ ਚੁੱਕਿਆ, ਇਹ ਬਹੁਤ ਵਧੀਆ ਹੈ। ਜਿੱਦਾਂ ਆਪਾਂ ਗੁਰਬਾਣੀ ਦੇ ਤੁਕ ਦੀ ਗੱਲ ਕਰਦੇ ਹਾਂ, ਵਿਦਿਆ ਵਿਚਾਰੀ ਪਰਉਪਕਾਰੀ, ਤੇ ਜਿਸ ਤਰ੍ਹਾਂ ਆਪਾਂ ਇਹ ਵੀ ਸਿਆਣੇ ਲੋਕ ਕਹਿੰਦੇ ਵੀ ਵਿਦਿਆ ਮਨੁੱਖ ਦਾ ਤੀਜਾ ਨੇਤਰ ਆ। ਬਿਲਕੁਲ, ਪਰ ਅਸੀਂ ਜੇ ਇਹਨੂੰ ਖੋਲ੍ਹਦੇ ਹਾਂ ਤੀਜੇ ਨੇਤਰ ਨੂੰ, ਤਾਂ ਅਸੀਂ ਸੂਝਵਾਨ ਲੋਕਾਂ ਵਾਂਗ ਦਾ ਚੰਗੀਆਂ ਗੱਲਾਂ ਕਰੀਏ। ਜਿਹੜੇ ਇਹਨਾਂ ਨੂੰ ਚਲਾ ਰਹੇ ਆ, ਸਰਕਾਰੀ ਸਕੂਲ ਤਾਂ ਗੌਰਮੈਂਟ ਚਲਾ ਰਹੀ ਹੈ, ਜਿਹੜੀ ਪ੍ਰਾਈਵੇਟ ਸੰਸਥਾ ਜਾਂ ਸਕੂਲ ਨੇ ਉਹ ਜਿਹੜੇ ਚੱਲ ਰਹੇ ਆ, ਜਿਹੜੀ ਉਹਦੀ ਮੈਨੇਜਮੈਂਟ ਆ, ਉਹਨਾਂ ਨੂੰ ਖੁਦ ਇਹ ਸੋਚਣਾ ਚਾਹੀਦਾ ਕਿ ਅਸੀਂ ਬੱਚਿਆਂ ਨਾਲ ਕਿਉਂ ਧਰੋਹ ਕਰਦੇ ਹਾਂ ਜੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਇਹਦੇ 'ਚ ਇੱਕ ਕੰਬੀਨੇਸ਼ਨ ਵੀ ਹੈਗਾ ਕਿ ਅਸੀਂ ਸਰਕਾਰੀ ਸਕੂਲ ਜਿਹੜੇ ਉੱਥੇ ਤਾਂ ਸਰਕਾਰ ਪੈਸਾ ਦੇ ਦਿੰਦੀ ਆ, ਵਰਦੀਆਂ ਵੀ ਗਰੀਬ ਬੱਚਿਆਂ ਨੂੰ ਮੁਫਤ ਮਿਲਦੀਆਂ, ਕਿਤਾਬਾਂ ਵੀ ਮੁਫਤ ਮਿਲਦੀਆਂ, ਪਰ ਇਸੇ ਕਰਕੇ ਜਿਹੜੇ ਬੱਚੇ ਟੈਲੈਂਟਡ ਬੱਚੇ ਆ ਉਹ ਇੱਧਰ ਨਹੀਂ ਆ ਸਕਦੇ। ਪੈਸੇ ਦੀ ਖੇਡ ਆ, ਇਹ ਇਸ ਤਰ੍ਹਾਂ ਦੀ ਦੁਕਾਨਦਾਰੀ ਬਣ ਗਈ ਹੈ। ਐਜੂਕੇਸ਼ਨ ਜਿਹੜੀ ਹੈ ਦੁਕਾਨਦਾਰੀ ਨਹੀਂ ਬਣਨੀ ਚਾਹੀਦੀ। ਇਹਦੇ 'ਚ ਵੱਡੇ ਜਿਹੜੇ ਰਾਈਸ ਲੋਕ ਨੇ, VVIP ਲੋਕ ਨੇ, ਉਹਨਾਂ ਦੇ ਬੱਚੇ ਆ ਜਿਹੜੇ ਸਰਕਾਰੀ ਸਕੂਲ ਆ, ਕਿਤੇ ਐਨਾਲਿਸਿਸ ਕਰਕੇ ਦੇਖਿਓ, ਜਾ ਕੇ ਵੇਖਿਓ ਕਿ ਉੱਥੇ ਬੱਚੇ ਉਹ ਪੜ੍ਹ ਰਹੇ ਜਿਹੜੇ ਲੋਕ ਗਰੀਬ ਨੇ, ਜਿਹੜੇ ਵਿਚਾਰੇ ਸਟਾਈਫਨ ਮੰਗਦੇ, ਕਿਤਾਬਾਂ ਮੰਗਦੇ ਆ, ਉਹ ਬੱਚੇ ਬਸ, ਪਰ ਟੈਲੈਂਟਡ ਲੋਕ ਆ। ਇਹ ਨਹੀਂ ਜਿਹੜਾ ਖੁਦਾ ਜਾਂ ਰੱਬ ਆ, ਇਹ ਨਹੀਂ ਕਹਿੰਦਾ ਵੀ ਇਹ ਅਮੀਰ ਹੈਗਾ ਤੈਨੂੰ ਇਹਦਾ ਬੱਚੇ ਨੂੰ ਅੱਛਾ ਦਿਮਾਗ ਦੇ ਦਿਓ, ਇਹ ਗਰੀਬ ਇਹਨੂੰ ਉਹਨਾਂ ਘੱਟ ਦਿਮਾਗ ਦਿਓ। ਇਹ ਤਾਂ ਕੁਦਰਤ ਦੀ ਬਹੁਤ ਵੱਡੀ ਦਾਤ ਆ, ਦਿਮਾਗ ਜਿਹੜਾ ਦੇਣਾ, ਟੈਲੈਂਟਡ ਦੇਣਾ। IQ ਜਿਹੜਾ IQ ਹੁੰਦਾ ਬੱਚੇ ਦਾ, ਇਹ ਬਹੁਤ ਵੱਡੀ ਗੱਲ ਆ, ਜਿਹਦੇ 'ਚ ਬੱਚਾ ਸੋਚਦਾ, ਕਰਦਾ, ਗਰੋਥ ਹੁੰਦੀ ਉਹਦੀ ਮੈਂਟਲੀ ਵੱਡੀ। ਔਰ ਉਹ ਜੇ ਬੱਚੇ ਜਿਹੜੇ ਵਿਚਾਰੇ ਉੱਥੇ ਰਹਿ ਕੇ ਆਪਣੀ ਉਮਰ ਵਿਹਾਜ ਦਿੰਦੇ ਆ, ਨਾ ਕਿਸੇ ਪਾਸੇ ਲੱਗਦੇ, ਨਾ ਕੋਈ ਚੰਗਾ ਰਿਜ਼ਲਟ ਆਉਂਦਾ, ਇਹ ਬੱਚੇ ਇਸ ਪਾਸੇ, ਇਹ ਵੀ ਇੱਕ ਬਹੁਤ ਵੱਡਾ ਪਾੜਾ ਹੈ। ਇਸ ਪਾੜੇ ਨੂੰ ਦੂਰ ਕਰ ਲਈ ਇੱਕ ਤਾਂ ਸਟੈਪ ਲਿਆ ਮਾਨ ਸਰਕਾਰ ਨੇ, ਭਗਵੰਤ ਮਾਨ ਨੇ ਕਹਿਤਾ ਕਿ ਅਸੀਂ ਇਹਦੇ 'ਚ ਜਿਹੜਾ ਇਹਨਾਂ ਦੀ ਫੀਸ ਜਿਹੜੀ ਆ ਉਹ ਇਹ ਨਹੀਂ ਵਧਾਉਣਗੇ ਵਾਰ-ਵਾਰ, ਜਿੰਨੀ % ਇਹਨਾਂ ਦੇ ਪਿੱਛੋਂ ਲਿਖਿਆ ਉਹ ਹਿਸਾਬ ਨਾਲ ਵਧਾਉਣਗੇ। ਕਿਤਾਬਾਂ ਦਾ ਜਿਹੜਾ ਤੁਸੀਂ ਦੱਸਿਆ ਵੀ ਕਿਤਾਬਾਂ ਇੱਕੋ ਜਗ੍ਹਾ ਤੋਂ ਨਹੀਂ ਲਈਆਂ ਜਾਣਗੀਆਂ ਜਿੱਥੋਂ ਪੇਰੈਂਟਸ ਦਾ ਜੀ ਕਰਦਾ, ਕਿਤਾਬਾਂ, ਕਾਪੀਆਂ, ਵਰਦੀਆਂ, ਜੋ ਕੁਛ ਲੈਣਾ, ਸ਼ੂਜ਼ ਜਿੱਥੋਂ ਲੈਣੇ ਆ। ਪਰ ਇਹ ਜਿਹੜਾ ਬਰਡਨ ਆ, ਜਿਹੜਾ ਬੋਝ ਹੈ, ਮਾਂ ਪਿਓ 'ਤੇ ਫਜ਼ੂਲ 'ਚ ਲੱਗਾ ਹੁੰਦਾ। ਫਿਰ ਇਹ ਫੀਸ ਇੱਕਦਮ ਹੀ ਮੰਗਦੇ ਆ। ਕਈ ਮਾਂ ਪਿਓ ਫੀਸ ਵਿਚਾਰੇ ਜਦੋਂ ਐਡਮਿਸ਼ਨ ਹੁੰਦਾ ਨਹੀਂ ਦੇ ਸਕਦੇ ਪੂਰੀ, ਉਹ 'ਚ ਤੁਸੀਂ ਕਿਸ਼ਤਾਂ ਨਾ ਲੈ ਲਓ ਜਿਹੜੀਆਂ ਹੈਗੀਆਂ। ਬਾਕੀ ਕੰਪਨੀਆਂ ਜਦੋਂ ਮੋਟਰਸਾਈਕਲ ਲੈਣਾ, ਗੱਡੀਆਂ ਲੈਣੀਆਂ, ਉਦੋਂ ਤਾਂ ਕਿਸ਼ਤਾਂ ਬਣਾ ਦਿੰਦੀਆਂ, ਉਦੋਂ ਬੈਂਕਾਂ ਵੀ ਅੱਗੇ ਆ ਜਾਂਦੀਆਂ। ਬੱਚਿਆਂ ਦੀ ਪੜ੍ਹਾਈ ਲਈ ਕਦੋਂ ਜਾਂਦੀਆਂ ਇਹ ਜਿਹੀਆਂ ਸੰਸਥਾਵਾਂ ਜਿਹੜੀਆਂ ਓਪਨਲੀ ਗੱਲਾਂ ਕਰਦੀਆਂ। ਅਸੀਂ ਜਦੋਂ ਐਜੂਕੇਸ਼ਨ ਹੁੰਦੀ ਹੈ, ਇਸੇ ਕਰਕੇ ਪੰਜਾਬ ਦਾ ਨਾਂ ਤਾਂ ਆਇਆ ਵੀ ਇਹ ਬਹੁਤ ਅੱਗੇ ਆ ਐਜੂਕੇਸ਼ਨ 'ਚ, ਪਰ ਬਾਕੀ ਸਟੇਟਾਂ ਨਾਲ ਬਹੁਤ ਪਿੱਛੇ ਆ। ਜਿਸ ਤਰ੍ਹਾਂ ਅਸੀਂ ਕਿਤੇ ਪਿੰਡ ਦੇ ਬੱਚੇ ਨੂੰ ਕਈ ਐਪਲੀਕੇਸ਼ਨ ਲਿਖਦੇ ਜਾਂ ਕੋਈ ਉਹਨੂੰ ਕੋਈ ਇਸ ਤਰ੍ਹਾਂ ਦੀ ਕੋਈ ਕੁਐਸਚਨ ਪੁੱਛਦੇ ਆ ਤਾਂ ਨਹੀਂ ਆਉਂਦਾ। ਇਸੇ ਕਰਕੇ ਹੁਣ ਜਿਹੜੇ ਵੀ ਬੱਚੇ ਆ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਆ, ਬਸ ਜਿਹੜੇ ਬੱਚੇ ਜ਼ਹੀਨ ਆ, ਪੜ੍ਹੇ ਲਿਖੇ ਬੱਚੇ ਜਾਂਦੇ ਆ, ਪਰ ਕਈ ਪਾੜਿਆਂ 'ਚ ਪਿੱਛੇ ਰਹਿ ਜਾਂਦੇ ਆ। ਇਹਨਾਂ ਦਾ ਇੱਕ ਤਾਂ ਵੱਡਾ ਜਿਹੜਾ ਸੁਝਾਅ ਅੱਛਾ ਲੱਗਿਆ, ਪਰ ਇਹਨਾਂ ਨੂੰ ਇਹ ਵੀ ਚਾਹੀਦਾ ਪ੍ਰੈਕਟੀਕਲੀ ਸਕੂਲਾਂ 'ਚ ਜਾਣ, ਜਿੱਥੇ ਜਿੱਥੇ ਬੱਚੇ ਚੰਗੇ ਪੜ੍ਹਨ ਵਾਲੇ ਆ, ਜਿੱਥੇ ਜਿੱਥੇ ਹੈਗੇ ਸਰਕਾਰੀ ਸਕੂਲਾਂ 'ਚ, ਉਹਨਾਂ ਨੂੰ ਸਹੂਲਤਾਂ ਇਸ ਤਰ੍ਹਾਂ ਦੀ ਦੇਣ ਕਿ ਬੱਚੇ ਅੱਗੇ ਜਾਣ, IAS IPS ਬੱਚੇ ਬਣਨਾ ਔਰ ਆਰਮੀ ਦੇ ਅਫੀਸਰ ਬਣਨਾ ਆ ਸਕਦੇ ਆ। ਇਹਨਾਂ ਵੱਲ ਜੇ ਧਿਆਨ ਦੇਣਗੇ ਤਾਂ ਫਿਰ ਪੰਜਾਬ ਸੁਧਰੇਗਾ, ਪੰਜਾਬ ਸੱਜ ਜਾਏਗਾ, ਸਵਾਰਿਆ ਜਾਊਗਾ। ਇਹ ਇਹਨਾਂ ਨੂੰ ਬਹੁਤ ਵੱਡਾ ਧਿਆਨ ਦੇਣਾ ਚਾਹੀਦਾ ਐਜੂਕੇਸ਼ਨ ਲਈ, ਵਿਦਿਆ ਲਈ। ਬਿਲਕੁਲ ਜੀ ਸਾਡਾ, ਕਿਉਂਕਿ ਭਾਰਤ ਦਾ ਜਿਹੜਾ ਪੁਰਾਤਨ ਸਾਰਾ ਸਿਸਟਮ ਹੈ ਉਹ ਤਾਂ ਫ੍ਰੀ ਐਜੂਕੇਸ਼ਨ, ਬਿਲਕੁਲ, ਤੇ ਫ੍ਰੀ ਸਿਹਤ ਸਹੂਲਤਾਂ। ਇਹ ਸੰਵਿਧਾਨ 'ਚ ਹੈ। ਇਸ ਦੇਖੋ ਹੁਣ ਇੱਥੇ ਪੈਸੇ ਨਾਲ ਹੀ ਐਜੂਕੇਸ਼ਨ ਤੇ ਪੈਸੇ ਨਾਲ ਹੀ ਸਿਹਤ ਸਹੂਲਤਾਂ। ਤੇ ਜੇ ਬੰਦਾ ਬੀਮਾ ਕਰਵਾਉਂਦਾ, ਦੇਖੋ ਬਿਲਕੁਲ ਹੀ ਸਰਕਾਰ ਨੇ ਹੱਥ ਝਾੜ ਦਿੱਤੇ, ਪ੍ਰਾਈਵੇਟ ਸੈਕਟਰ ਦੇ ਵਿੱਚ ਬੀਮਾ ਕਰਵਾਓ। ਤੇ ਜੇ ਕਿਸੇ ਨੂੰ ਰੱਬ ਨਾ ਕਰੇ ਕੋਈ ਤਕਲੀਫ ਹੋ ਗਈ ਤੇ ਕਹੂਗਾ ਜੀ ਇਹ ਕਲੇਮ ਨਹੀਂ ਜੀ, ਇਹ ਬਿਮਾਰੀ ਤਾਂ 3 ਸਾਲ ਬਾਅਦ ਕਵਰ ਹੁੰਦੀ ਹੈ। ਤੇ ਉਹ ਕੋਰਟ ਨੇ ਵੀ ਇਹ ਗੱਲ ਕਹੀ, ਕਹਿੰਦੇ ਬੀਮਾ 1 ਸਾਲ ਦਾ ਕਰਦੇ ਪਏ ਹੋ ਤੇ ਬਿਮਾਰੀ 3 ਸਾਲ ਬਾਅਦ ਕਵਰ ਹੁੰਦੀ ਹੈ।
ਤੇ ਬੀਮਾ ਵੇਚਣ ਲੱਗੇ ਤੁਸੀਂ ਇਹ ਗੱਲ ਨਹੀਂ ਕੰਸੀਡਰ ਕੀਤੀ? ਵੈਸੇ ਲਾਈਫ ਇੰਸ਼ੋਰੈਂਸ ਜਿਹੜਾ LIC ਹੈ ਇਹ ਵੀ ਇਹਨਾਂ ਨੂੰ ਪ੍ਰਾਈਵੇਟਾਈਜ਼ ਕਰ ਰਹੇ ਆ ਨਾ, ਗਵਰਨਮੈਂਟ ਦੇ ਹੱਥੋਂ ਸਭ ਕੁਝ ਕੱਢ ਰਹੇ ਆ। ਪ੍ਰਾਈਵੇਟਾਈਜ਼ ਕਰ ਰਹੇ ਆ। ਔਰ ਹੁਣੇ ਜਿਹੜਾ ਥੋੜੇ ਦਿਨਾਂ ਤੱਕ ਜਿਹੜਾ ਟ੍ਰੇਡ ਯੂਨੀਅਨ ਨਾ ਉਹਨਾਂ ਵੱਲੋਂ ਐਜੀਟੇਸ਼ਨ ਰਹੀ ਹੈ 2 ਦਿਨ ਦੀ। ਜੀ ਜੀ 2 ਦਿਨ ਤਾਂ ਉਹਨਾਂ ਨੇ ਬਹੁਤ ਸੜਕਾਂ ਤੇ ਪ੍ਰਦਰਸ਼ਨੀ ਕੀਤੀ ਆ। ਉਹਦੇ 'ਚ ਇਕੱਲੇ ਇੱਕ LIC ਵਾਲੇ ਨਹੀਂ, ਉਹਦੇ 'ਚ ਟਰਾਂਸਪੋਰਟਰ ਵੀ ਆ, ਸਾਰੇ ਹੈਗੇ ਨੇ ਐਜੂਕੇਸ਼ਨਿਸਟ ਵੀ ਆ, ਬੈਂਕਾਂ ਵੀ ਹੈਗੀਆਂ, ਸਾਰੀਆਂ ਨੇ ਆਇਆ। ਇਹਦਾ ਜ਼ਿਕਰ ਲੋਕਾਂ ਤੱਕ ਕਰਾਉਣਾ ਚਾਹੀਦਾ ਕਿ ਉਹਨਾਂ ਟ੍ਰੇਡ ਯੂਨੀਅਨ ਨੇ ਇਹਦਾ ਤੇ ਰੌਲਾ ਪਾਇਆ ਕਿ ਪ੍ਰਾਈਵੇਟਾਈਜ਼ ਹੋ ਰਿਹਾ, ਲੋਕ ਪ੍ਰਾਈਵੇਟ ਹੱਥਾਂ ਨੂੰ ਦੇ ਰਹੇ ਆ। ਕਾਰਪੋਰੇਟ ਜਿਹੜੇ ਉਹੀ ਸੀ ਜਿਨ੍ਹਾਂ ਦਾ ਰੌਲਾ ਕਿਸਾਨਾਂ ਨੇ ਪਾਇਆ। ਜਦੋਂ ਖੇਤੀਬਾੜੀ ਦਾ ਰੌਲਾ ਪਿਆ, ਅੰਦੋਲਨ ਹੋਇਆ, 1.5 ਸਾਲ ਚੱਲਿਆ, ਉਹਦੇ 'ਚ ਕਿਸਾਨ ਵਿਚਾਰੇ ਭੁੱਖੇ ਵੀ ਰਹੇ, ਸੜਕਾਂ ਤੇ ਸੁੱਤੇ ਵੀ ਆ। ਉਹਦੇ 'ਚ ਉੱਥੇ ਦਿੱਲੀ, ਸਿੰਘੋਪੁਰਾ ਤੇ ਹੋਰ ਲੋਕੇਸ਼ਨਾਂ 'ਤੇ। ਪਰ ਇਹ ਮੁੱਦਾ ਫਿਰ ਦੂਜਾ ਆ ਗਿਆ ਜਿਹੜਾ ਪ੍ਰਾਈਵੇਟਾਈਜ਼ ਹੋ ਰਿਹਾ, ਜਿਹਦੇ 'ਚ ਟ੍ਰੇਨ ਵੀ ਵਿਕੀਆਂ, ਕਈ ਖੜੀਆਂ ਖਲੋਤੀਆਂ ਟ੍ਰੇਨ ਵੀ ਵੇਚਤੀਆਂ, ਕਈ ਕੁਛ ਹੋ ਗਿਆ, ਏਅਰਪੋਰਟ ਵਾਲੇ ਪਾਸੇ ਵੀ ਗਏ ਆ। ਪਰ ਇਹ ਦੇਖੋ ਬਾਕੀ ਲੋਕ ਜਿਹੜੇ ਪਿੰਡਾਂ 'ਚ ਜਾਂ ਲੋਕ ਜਿਹੜੇ ਪੜ੍ਹ ਲਿਖ ਕੇ ਬੱਚੇ, ਉਹ ਕੀ ਕਰਨਗੇ? ਜੇ ਸਾਰਾ ਪ੍ਰਾਈਵੇਟ ਹੋ ਗਿਆ ਤੇ ਫਿਰ ਪ੍ਰਾਈਵੇਟ ਨੌਕਰੀ ਹੋ ਗਈ, ਕੋਈ ਸਹੂਲਤ ਨਾ ਹੋਈ। ਸਭ ਕੁਝ ਪ੍ਰਾਈਵੇਟ ਹੋ ਗਿਆ ਕਿਉਂਕਿ ਪ੍ਰਾਈਵੇਟ ਅਦਾਰਾ ਹਾਂ। ਆਪਣਾ ਪ੍ਰੋਫਿਟ ਦੇਖਿਆ। ਠੀਕ ਆ, ਜਿੱਥੇ ਤੱਕ ਜਾਇਜ਼ ਪ੍ਰੋਫਿਟ ਹੈ ਤੁਹਾਨੂੰ ਦੇਖਣਾ ਚਾਹੀਦਾ ਵੀ ਹੈ, ਪਰ ਨਜਾਇਜ਼ ਪ੍ਰੋਫਿਟ ਹਾਂ। ਉਹ ਬਿਲਕੁਲ ਗਲਤ ਹੈ। ਹਾਂ। ਹੁਣ ਸਿਹਤ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ, ਲੇਕਿਨ ਉੱਥੋਂ ਪ੍ਰੋਫਿਟ ਕਮਾਉਣਾ ਹੈ। ਬਿਲਕੁਲ ਸਿੱਖਿਆ ਉੱਥੋਂ ਪ੍ਰੋਫਿਟ ਕਮਾਉਣਾ ਹੈ। ਬਿਲਕੁਲ। ਸਾਰੀ ਜ਼ਿੰਮੇਵਾਰੀ ਕਾਦੇ ਉੱਤੇ? ਸਟੂਡੈਂਟਸ ਦੇ ਉੱਤੇ। ਪਾਸ ਹੋਣ ਫੇਲ ਹੋਣ ਸਾਰੀ ਜ਼ਿੰਮੇਵਾਰੀ ਸਟੂਡੈਂਟਸ ਦੇ ਉੱਤੇ। ਉਹ ਆਪਣਾ ਮੁਨਾਫਾ ਕਮਾ ਰਹੇ ਨੇ, ਉਹਨਾਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ, ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਬਿਲਡਿੰਗਾਂ ਬਣਦੀਆਂ ਨੇ, ਉਹਨਾਂ ਦੀ ਆਪਣੀ ਪ੍ਰਾਪਰਟੀ ਹੈ। ਫੰਡਸ ਮਿਲਦੇ ਨੇ, ਉਹਨਾਂ ਦੀ ਆਪਣੀ ਪ੍ਰਾਪਰਟੀ ਹੈ। ਵੱਡੇ ਵੱਡੇ ਥਾਂ ਦੇ ਉੱਤੇ ਉਹਨਾਂ ਦੇ ਲਿੰਕਸ ਨੇ, ਪਤਾ ਨਹੀਂ ਕਿੱਥੋਂ ਕਿੱਥੋਂ ਫੰਡ ਲੈ ਆਉਂਦੇ ਨੇ ਤੇ ਆਪਣੀ ਬਿਲਡਿੰਗ ਬਣਾਉਂਦੇ ਪਏ ਨੇ। ਔਰ ਆਮ ਜਨਤਾ ਕਿੱਥੇ ਜਾਵੇ? ਤਾਂ ਇਹ ਭਗਵੰਤ ਮਾਨ ਸਾਹਿਬ ਨੇ ਬਿਲਕੁਲ ਠੀਕ ਪਰ ਸਟੈਪ ਆਹ ਲਿੱਤਾ ਇੱਕ ਗੱਲ ਹੋਰ ਵੀ ਹੈ ਜਿਹੜੀ ਆਪਾਂ ਨੇ ਪ੍ਰਾਈਵੇਟਾਈਜ਼ ਦੇ ਵਿੱਚ ਨਾ ਜਿਹੜਾ ਹੈਗਾ, ਜਿਹੜੇ ਸਰਕਾਰੀ ਅਦਾਰੇ ਸੀ ਜਿਸ 'ਚ BSNL ਆ ਜਿਹੜਾ ਕਮਿਊਨੀਕੇਸ਼ਨ 'ਚ ਇਹ ਬਣ ਰਿਹਾ ਸਰਕਾਰੀ ਤੌਰ ਤੇ ਚੱਲਦਾ ਰਿਹਾ, ਪਰ ਉਹਦੇ ਵਿੱਚ ਬਹੁਤ ਹੀ ਜਿਹੜੇ EMPLOYE ਉਹਨਾਂ ਨੂੰ ਵਿਚਾਰਿਆਂ ਨੂੰ ਰਿਜ਼ਾਈਨ ਕਰਨਾ ਪਿਆ ਕਿਉਂਕਿ ਟਾਵਰ ਜਿਹੜੇ ਆ ਉਹ ਬਾਕੀ ਪ੍ਰਾਈਵੇਟ ਕੰਪਨੀ ਕਾਰਪੋਰੇਟ ਨੂੰ ਦੇ ਦਿੱਤੇ ਗਏ। ਔਰ ਇਹ ਜਿਹੜੇ ਆ ਇਹ 'ਚ ਕਮਿਊਨੀਕੇਸ਼ਨ ਦਾ ਸਾਰਾ ਜਿਹੜਾ ਗੈਪ ਆ ਗਿਆ। ਔਰ ਇਹਦੇ ਨਾਲ ਆਉਣ ਨਾਲ EMPLOYE ਨੂੰ ਬਦੋ ਬਦੀ ਜਾਂ ਤਾਂ ਲੈ ਗਏ ਜਾਂ ਉਹਨਾਂ ਨੇ ਆਪ ਛੱਡਿਆ ਵਿਚਾਰਿਆਂ ਨੇ। ਉਹ ਸਾਰੇ ਜਿਹੜੇ ਹਾਇਰ ਰੈਂਕ ਦੇ ਸੀ ਉਹਨਾਂ ਨੂੰ ਛੱਡਣਾ ਪਿਆ, ਜਦੋਂ ਕਿ ਇਹਦੇ 'ਚ ਬਾਕੀ ਜਿਹੜੀ ਪ੍ਰਾਈਵੇਟ ਕੰਪਨੀਆਂ ਆ ਗਈਆਂ ਤਾਂ ਕਿ ਜਿਹੜੇ ਪਹਿਲੇ ਸੀ ਆ ਰਹੇ, ਜਦੋਂ ਮੋਬਾਈਲ ਚੱਲਦਾ ਸੀਗਾ ਕਮਿਊਨੀਕੇਸ਼ਨ ਹੁੰਦਾ ਹੈਗਾ ਉਹਦੇ 'ਚ ਇੱਕ ਅੱਧਾ ਹੀ ਇੱਥੇ ਕੰਪਨੀ ਹੁੰਦੀ ਸੀ, ਉਦੋਂ ਬਾਅਦ ਬੇਸ਼ੁਮਾਰ ਕੰਪਨੀਆਂ ਆ ਗਈਆਂ ਕਿਉਂਕਿ ਇਹਦੀ ਜਿਹੜੀ ਸੁਵਿਧਾ ਬਹੁਤ ਜ਼ਰੂਰੀ ਹੈ। ਹਾਲਾਂਕਿ ਜਦੋਂ ਕਿ ਅੱਗੇ ਇੱਕ ਜ਼ਮਾਨਾ ਸੀ ਜਦੋਂ ਆਊਟਗੋਇੰਗ ਤੇ ਇਨਕਮਿੰਗ ਦੋਵਾਂ ਦੇ ਪੈਸੇ ਲੱਗਦੇ ਸੀ, ਜਿਹਦੇ 'ਚ ਇੱਕੋ ਕੰਪਨੀ ਪੰਜਾਬ 'ਚ ਹੁੰਦੀ ਸੀ। ਫਿਰ ਕੰਪਨੀਆਂ ਹੋਰ ਵੀ ਆ ਗਈਆਂ ਜਿਹਦੇ 'ਚ ਪਰ ਜਿਹੜਾ ਡਾਟਾ ਜਾਂ ਸਾਰਾ ਕੁਝ ਹੈ ਗਵਰਨਮੈਂਟ ਦਾ ਡਾਟਾ, ਜਿਹਦੇ 'ਚ ਪ੍ਰਾਈਵੇਟ ਕੰਪਨੀਆਂ ਵਰਤ ਰਹੀਆਂ ਉਹਨਾਂ ਨੂੰ। ਦੇਖੋ ਉਹ ਰਾਜ ਕਰ ਰਹੀਆਂ, ਉਹ ਪੈਸਾ ਕਮਾ ਰਹੀਆਂ। ਸਾਡੀ ਜਿਹੜੀ BSNL ਕੰਪਨੀ ਆ ਉਹ ਪਿੱਛੇ ਹਟ ਗਈ, ਉਹ 'ਚੋਂ ਰਿਜ਼ਾਈਨ ਹੋ ਗਿਆ। ਇਹ ਪ੍ਰਾਈਵੇਟਾਈਜ਼ ਕਰਨ ਦਾ ਫਾਇਦਾ ਹੋ ਰਿਹਾ ਗਵਰਨਮੈਂਟ ਨੂੰ, ਕਮਿਸ਼ਨ ਦਾ, ਏਜੰਸੀਆਂ ਤਦੇ ਪੈਦਾ। ਬਿਲਕੁਲ ਸਰ, ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਨਾਗਰਿਕ ਨੇ ਇੱਥੋਂ ਦੀ ਵਸੋਂ ਹੈ ਉਹਦਾ ਸਰਕਾਰ ਦੇ ਨਾਲ ਸੰਬੰਧ ਕੀ ਹੈ? ਇਹ ਸੰਬੰਧ ਹੀ ਕਲੀਅਰ ਨਹੀਂ ਹੋ ਰਿਹਾ। ਸੰਵਿਧਾਨ ਦੇ ਮੁਤਾਬਿਕ ਸੰਬੰਧ ਕੀ ਹੈਗਾ ਤੇ ਜਿਹੜਾ ਪ੍ਰੈਕਟੀਕਲ ਹੁੰਦਾ ਪਿਆ ਉਹ ਸੰਵਿਧਾਨ ਦੇ ਮੁਤਾਬਿਕ ਹੈ ਹੀ ਨਹੀਂ, ਉਹ ਕੁਝ ਹੋਰ ਹੀ ਸੰਬੰਧ ਨਿਕਲਦਾ ਪਿਆ ਵਿੱਚੋਂ। ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਵਾਕਈ ਬੰਦੇ ਨੂੰ ਚੱਕਰ 'ਚ ਪਾ ਦਿੰਦੀਆਂ ਕਿ ਮੈਂ ਜਾਵਾਂ ਤੇ ਕਿੱਧਰ ਜਾਵਾਂ। ਬਿਲਕੁਲ। ਹੁਣ ਚੱਕਰ ਇੱਕ ਹੋਰ ਜਿਹੜਾ ਇਹ ਮਾਈਨਿੰਗ ਦਾ ਇਸ਼ੂ ਹੈ, ਇਹ ਵੀ ਹੋ ਸਕਦਾ ਹੈ ਅੱਜ ਇਜਲਾਸ ਦੇ ਵਿੱਚ ਚੁੱਕਿਆ ਜਾਵੇ ਕਿਉਂਕਿ ਸਾਰੇ ਇਕਨੋਮਿਸਟ ਇਹ ਮੰਨਦੇ ਨੇ ਕਿ ਪਹਿਲੀ ਗੱਲ ਤੁਸੀਂ ਲੋਕ ਟੈਕਸ ਚੋਰੀ ਨੂੰ ਬਚਾਓ। ਟੈਕਸ ਚੋਰੀ ਨਹੀਂ ਹੋਣੀ ਚਾਹੀਦੀ, ਟੈਕਸ ਦੀ ਕਲੈਕਸ਼ਨ ਬਿਲਕੁਲ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ, ਨੰਬਰ 1। ਨੰਬਰ 2, ਜਿੱਥੇ ਜਿੱਥੇ ਤੁਹਾਨੂੰ ਲੱਗਦਾ ਫालतू ਖਰਚੇ ਨੇ ਉਹ ਫालतू ਖਰਚੇ ਰੋਕੋ। ਸਰਕਾਰ ਨੂੰ ਆਪਣੇ ਖਰਚੇ ਘਟਾਉਣੇ ਚਾਹੀਦੇ ਨੇ ਤਾਂ ਉਹਦੇ ਨਾਲ ਵੀ ਸਾਡੀ ਆਮਦਨ ਬਿਲਕੁਲ ਕੰਟਰੋਲ ਹੋ ਸਕਦੀ ਹੈ। ਤੀਜਾ, ਜਿਹੜੀ ਇਹ ਮਾਈਨਿੰਗ ਹੈਗੀ ਆ, ਜਿਹੜਾ ਮਾਫੀਆ ਹੈਗਾ, ਇਹਨੂੰ ਕੰਟਰੋਲ ਕਰੋ ਕਿਉਂਕਿ ਬਹੁਤ ਵੱਡੀ ਸੱਟ ਮਾਰਦਾ ਇਕਨੋਮੀ ਨੂੰ। ਇਸ ਦੇ ਉੱਤੇ ਵੀ ਕੋਈ ਨਾ ਕੋਈ ਅੱਜ ਫੈਸਲਾ ਹੋ ਸਕਦਾ। ਚੌਥਾ, ਜਿਹੜਾ ਸਭ ਤੋਂ ਇੰਪੋਰਟੈਂਟ ਹੈ, MLAs ਦੀ ਜਿਹੜੀ ਪੈਨਸ਼ਨ ਨੂੰ ਲੈ ਕੇ, ਤੇ ਉਸ ਤੋਂ ਇੰਪੋਰਟੈਂਟ ਹੈ ਕਿ ਜਿਹੜੀ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਜਾਂ ਤਨਖਾਹ ਮਿਲਦੀ ਹੈ, ਜਿਹੜਾ ਉਹਨਾਂ ਨੂੰ ਇਨਕਮ ਟੈਕਸ ਪੈਂਦਾ ਉਹ ਆਪਣੇ ਪੱਲਿਓਂ ਨਹੀਂ ਦਿੰਦੇ, ਉਹ ਵੀ ਖਜ਼ਾਨੇ 'ਚੋਂ ਦਿੱਤਾ ਜਾਂਦਾ। ਇਨਕਮ ਟੈਕਸ ਇਹ ਪੇ ਕਰਦੀ, ਪੰਜਾਬ ਗਵਰਨਮੈਂਟ ਕਰਦੀ। ਮਤਲਬ ਉਹਨਾਂ ਦਾ ਵੀ ਇਨਕਮ ਟੈਕਸ ਅਸੀਂ ਪੇ ਕਰੀਏ ਕਿਉਂਕਿ ਸਾਡੇ ਹੀ ਟੈਕਸ ਦੇ ਉੱਤੇ ਗਵਰਨਮੈਂਟ ਦਾ ਖਜ਼ਾਨਾ ਭਰਦਾ, ਉਹਦੇ ਵਿੱਚੋਂ ਉਹ ਟੈਕਸ ਜਿਹੜਾ ਹੈ MLAs ਦਾ ਵੀ ਟੈਕਸ ਭਰਿਆ ਜਾਵੇ। ਮਤਲਬ ਜਿਹੜੀ ਉਹਨਾਂ ਨੂੰ ਇਨਕਮ ਹੁੰਦੀ ਹੈ ਉਹਦਾ ਤੇ ਕਮ ਸੇ ਕਮ ਟੈਕਸ ਦੇ ਦਿਓ ਯਾਰ, ਉਹ ਵੀ ਤੁਹਾਡਾ ਟੈਕਸ ਵੀ ਅਸੀਂ ਭਰੀਏ, ਸਾਰੇ ਖਰਚੇ ਤੁਹਾਡੇ ਚੁੱਕੀਏ ਤੇ ਤੁਸੀਂ ਸਾਰਾ ਦਿਨ ਆਪਣਾ ਪੈਸਾ ਲੈ ਕੇ ਬੈਠੋ ਤੇ ਜੇ ਇਤਰਾਜ਼ ਹੋ ਗਿਆ, ਇਤਰਾਜ਼ ਇਹ ਹੋ ਗਏ ਜੀ ਸਾਡੀਆਂ ਪੈਨਸ਼ਨਾਂ ਘਟਾ ਦਿੱਤੀਆਂ, ਗੁਜ਼ਾਰਾ ਕਿਵੇਂ ਚੱਲੂਗਾ? ਇੱਕ ਗੱਲ ਹੋਰ ਇਹਦੇ ਨਾਲ ਜੋੜੀ ਜਾਵੇ, ਜਿਹੜੇ ਇਹਨਾਂ ਦੇ ਮੈਡੀਕਲ ਆ ਨਾ, ਜਿਹੜੀ ਸਹੂਲਤਾਂ ਮੈਡੀਕਲ ਦੀਆਂ ਉਹ ਵੀ ਗਵਰਨਮੈਂਟ ਦਿੰਦੀ ਹੈ। ਜਿਹੜੇ ਰਿਟਾਇਰਡ ਨੇ ਜਾਂ ਜਿਹੜੇ ਪੈਨਸ਼ਨ ਲੈ ਰਹੇ ਆ, ਜਿਹਦੇ 'ਚ ਇਹ ਵੀ ਇੱਕ ਛਾਇਆ ਹੋਇਆ ਕਿ ਬਾਦਲ ਪਰਿਵਾਰ ਦਾ
ਬਹੁਤ ਪੈਸੇ ਦਾ ਬਜਟ ਬਣਿਆ ਜਦੋਂ ਇਹਨਾਂ ਦਾ ਇਲਾਜ ਹੋਇਆ। ਇਹਦੇ ਨਾਲ ਬਾਕੀ ਜਿਹੜੇ ਲੱਗਦੇ ਹੋਰ ਵੀ ਜਾਂ MLA ਸਾਹਿਬ ਨੇ, ਮੰਤਰੀ ਸਾਹਿਬਾਨ ਨੇ, ਉਹਨਾਂ ਦਾ ਜਦੋਂ ਇਲਾਜ ਹੋਇਆ, ਜਦੋਂ ਮੈਡੀਕਲ ਹੋਇਆ ਤਾਂ ਸਾਰਾ ਕੁਝ ਹੋਇਆ, ਤਾਂ ਉਹ ਪੈਸਾ ਸਾਰਾ ਪੰਜਾਬ ਗੌਰਨਮੈਂਟ ਦਿੰਦੀ ਰਹੀ ਹੈ ਹੁਣ ਤੱਕ। ਔਰ ਦੇਖੋ ਜੇ ਇਨਕਮ ਟੈਕਸ ਦੀ ਗੱਲ ਆਈ ਹੈ ਤਾਂ ਜਿਸ 'ਚ EMPLOYE ਆ ਉਹਦੀ ਸੈਲਰੀ ਪਹਿਲਾਂ ਕੱਟ ਕੇ ਫਿਰ ਇਨਕਮ ਟੈਕਸ ਕੱਟ ਕੇ ਫਿਰ ਦਿੱਤੀ ਜਾਂਦੀ ਫਿਰ ਜਾਂਦਾ। ਇਹਨਾਂ ਨੂੰ ਪਹਿਲਾਂ ਪੈਨਸ਼ਨ ਦੇ ਕੇ ਤੇ ਫਿਰ ਉਹਦਾ ਜਿਹੜਾ ਬਕਾਇਆ ਜਾਂ ਜੋ ਰਹਿੰਦਾ ਉਹ ਪੰਜਾਬ ਗੌਰਨਮੈਂਟ ਦਿੰਦੀ ਆ ਵੀ ਇਹ ਸਾਰਾ ਖਰਚਾ ਅਸੀਂ ਚੱਲਾਂਗੇ। ਇਹ ਦੇਖੋ ਇਹਦੇ 'ਚ ਕਿੰਨੀ ਵੱਡੀ ਜਿਹੜੀ ਆ ਇੱਕ ਵੱਡਾ ਲੈਣ ਦੇਣ ਇਹਨਾਂ ਨੇ ਆਪ ਬਣਾਇਆ ਪਿਆ। ਇਹਦਾ ਮਤਲਬ ਇਹ ਵੀ ਹੈਗਾ ਕਿਉਂਕਿ ਕਾਨੂੰਨ ਦੇ ਹੱਕਦਾਰ ਇਹ ਹੈ, ਬਣਾਉਂਦੇ ਇਹ ਹੈ, ਉਹਦੇ ਵਿੱਚ ਇਹਨਾਂ ਨੇ ਪਾਸ ਕਰਨਾ ਮਤੇ ਇਹਨਾਂ ਦੇ ਹੈਗਾ, ਤੇ ਜਿਹੜਾ EMPLOYE ਉਹ ਤਾਂ ਵਿਚਾਰਾ ਘਰ ਬੈਠਾ, ਦਿਹਾੜੀਦਾਰ ਘਰ ਬੈਠਾ ਹੈਗਾ, ਹੈ ਨਾ। ਸਰਪੰਚ ਵਿਚਾਰਾ ਉੱਥੇ ਬੈਠਾ, ਪਿੰਡ 'ਚ ਬੈਠਾ। ਪਰ ਕਈ ਵਾਰ ਸਰਪੰਚਾਂ ਤੱਕ ਵੀ ਇਹਨਾਂ ਦੀਆਂ ਹਦਾਇਤਾਂ ਜਾਂਦੀਆਂ ਵੀ ਆਹ ਜਿਹੜੀ ਹਦਾਇਤ ਹੈ ਪੂਰੀ ਕਰ ਦਿਓ ਤਾਂ ਆਹ ਕੰਮ ਕਰ ਦਿਓ, ਇੱਥੇ ਤਾਂ ਅਸੀਂ ਤੁਹਾਨੂੰ ਇੰਨਾ ਫੰਡ ਭੇਜ ਦਾਂਗੇ। ਦੇਖੋ ਨਾ ਆਪਸ 'ਚ ਲੜੀ ਜਾਣਗੇ ਪਰ ਜਦੋਂ ਪੈਨਸ਼ਨਾਂ ਦੀ ਗੱਲ ਆਏਗੀ, ਜਦੋਂ ਭੱਤਿਆਂ ਦੀ ਗੱਲ ਹੋਏਗੀ, ਉਦੋਂ ਇਕੱਠੇ ਹੋ ਕੇ ਬਹਿ ਜਾਣਗੇ, ਸਾਨੂੰ ਹੋਰ ਪੈਨਸ਼ਨ ਦਿਓ, ਸਾਨੂੰ ਹੋਰ ਭੱਤੇ ਦਿਓ। ਬਸ ਇਟਸ ਅ ਬਲੰਡਰ ਕਿ ਤੁਸੀਂ ਕਰਦੇ ਕੀ ਪਏ, ਤੁਹਾਨੂੰ ਆਪ ਨੂੰ ਸੋਚ ਨਹੀਂ ਆਉਂਦੀ ਕਿ ਯਾਰ ਟੈਕਸ ਤਾਂ ਦੇ ਦਈਏ, ਆਪਣਾ ਟੈਕਸ ਆਪਣੇ ਪੱਲਿਓਂ ਦੇਈਏ। ਹੁਣ ਇਹ ਟੈਕਸ ਆਪਣੇ ਪੱਲਿਓਂ ਦੇਣ, ਇਹ ਮਤਾ ਪਾਸ ਹੋਵੇ, ਰੈਜ਼ੋਲੂਸ਼ਨ ਪਾਸ ਹੋਵੇ ਤਾਂ ਕਿੰਨੀ ਵਧੀਆ ਗੱਲ ਹੈ। ਕਿੰਨਾ ਕਰੋੜਾਂ ਰੁਪਏ ਦਾ ਜਿਹੜਾ ਬੋਝ ਪਿਆ ਹੋਇਆ ਉਹ ਬੋਝ ਘਟ ਜਾਏਗਾ। ਇਹ ਫਜ਼ੂਲ ਜਾ ਰਿਹਾ ਸੀ, ਫਜ਼ੂਲ ਜਾ ਰਿਹਾ। ਗੱਡੀਆਂ ਵੀ ਚੱਲਦੀਆਂ ਉਹਨਾਂ ਦੀ ਸਿਕਿਉਰਿਟੀ ਤੇ ਉਹਨਾਂ ਨੂੰ ਲਾ ਲਈ, ਜਿਹੜੇ ਹੁਣ 10 ਬੰਦੇ ਸਿਕਿਉਰਿਟੀ ਵਾਲੇ ਤੁਰੇ ਫਿਰਦੇ ਉਹਨੂੰ ਕਿਹਦੇ ਲਈ ਕੀ ਪੰਜਾਬ 'ਚ ਕੀ ਇੱਥੇ ਇੱਕਦਮ ਉਹਨਾਂ ਨੂੰ ਖਤਰਾ ਹੋ ਗਿਆ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਫਜ਼ੂਲ ਦੀਆਂ ਚੀਜ਼ਾਂ ਸੀ ਜਿਹੜੀਆਂ ਉਹਨਾਂ ਨਾਲ ਚਿਪਕੀਆਂ ਪਈਆਂ ਸੀਆਂ, ਤੇ ਉਹ ਵਿਚਾਰੇ ਉਹ ਜਿਹੜੇ EMPLOYE ਉਹਨਾਂ ਦੇ ਨਾਲ ਤੁਰਨਾ ਜਿਨ੍ਹਾਂ ਨੇ ਨੌਕਰੀ ਕਰਨੀ। ਪਰ ਹੁਣ ਜਿਹੜੀ ਸਿਕਿਉਰਿਟੀ ਸੀ ਉਹ ਲਾਈ ਗਈ ਇਹਨਾਂ ਨਾਲੋਂ, ਗੱਡੀਆਂ ਇਹਨਾਂ ਦੀਆਂ ਬੰਦ ਕੀਤੀਆਂ ਗਈਆਂ। ਇਹੀ ਹਾਲ ਪਹਿਲਾਂ ਪਾਕਿਸਤਾਨ 'ਚ ਹੀ ਹੋਇਆ। ਪਾਕਿਸਤਾਨ ਦੀ ਸਰਕਾਰ ਦਾ ਦਿਵਾਲੀਆ ਨਿਕਲਿਆ ਜਦੋਂ ਇਮਰਾਨ ਖਾਨ ਆਇਆ। ਇਮਰਾਨ ਖਾਨ ਦੇ ਆਉਣ ਨਾਲ ਹੁਣ ਉਹਨਾਂ ਦਾ ਅਸਤੀਫਾ ਉਹਨੇ ਨਹੀਂ ਦਿੱਤਾ, ਤੇ ਨਾ ਅਜੇ ਉਹ ਕਹਿੰਦਾ ਮੈਂ ਮਨਜ਼ੂਰ ਕਰਾਉਣਾ, ਕਿਉਂਕਿ ਇਸ ਕਰਕੇ ਕਿ ਉਹ ਤਾਂ ਬੇਭਰੋਸਗੀ ਜਿਹੜਾ ਹੈਗਾ ਸੀਗਾ ਉਹਦੇ 'ਚ ਉਹਨਾਂ ਨੂੰ ਉਨੀਆਂ ਵੋਟਾਂ 172 ਨਹੀਂ ਮਿਲੀਆਂ, ਕਿਉਂਕਿ ਉਹਦੇ 'ਚ ਜਿਹੜੀ ਆਪਣੀ ਅੰਦਰੂਨੀ ਪਾਰਟੀ ਆ ਉਹਦੇ 'ਚ ਹੀ ਬਗਾਵਤ ਆ ਗਈ, ਤੇ ਉਹ ਬਗਾਵਤ ਆਉਣ ਨਾਲ ਉਹ ਬੰਦੇ ਨਹੀਂ ਉਹਦੇ ਨਾਲ ਜੁੜੇ। ਤੇ ਹੁਣ ਉਹ ਅਜੇ ਤੱਕ ਜਿਹੜੇ ਇਹਦੇ ਚੀਫ ਆਫ ਦੀ ਆਰਮੀ ਸਟਾਫ ਨੇ ਬਾਜਵਾ ਸਾਹਿਬ, ਉਹਨਾਂ ਵੱਲੋਂ ਕੋਈ ਕਿੰਤੂ ਪਰੰਤੂ ਨਹੀਂ ਹੋਇਆ। ਉਹ ਇਸ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਇਹ ਹਾਂ ਦੀ ਹੋ ਗਈ, ਆਪੀ ਹਾਂ ਹੋ ਰਹੀ ਹੈ, ਕੋਈ ਇਸ਼ਾਰਾ ਮਿਲ ਗਿਆ, ਉਹਨਾਂ ਅਸਤੀਫਾ ਨਹੀਂ ਦਿੱਤਾ। ਸ਼ਹਿਬਾਜ਼ ਜਿਹੜੇ ਸ਼ਰੀਫ ਨੇ ਉਹਨਾਂ ਨੇ ਵੀ ਇਸ ਗੱਲ 'ਤੇ ਅਜੇ ਨਹੀਂ ਨੁਕਤਾਚੀਨੀ ਕੀਤੀ, ਤਾਂ ਉਹ ਅਜੇ ਐਜ਼ ਸੱਚ ਉੱਥੇ ਬਰਾਜੇ ਵੀ ਪਏ ਨੇ। ਪਰ ਪ੍ਰੋਬਲਮ ਪੈਸੇ ਦੀ ਪ੍ਰੋਬਲਮ। ਅੱਜ ਉਹਨਾਂ ਨੇ ਅਮਰੀਕਾ ਦਾ ਨਾਮ ਵੀ ਲੈ ਦਿੱਤਾ ਵਿੱਚ ਵੀ ਉਹਨਾਂ ਦੀ ਵੀ ਛੇੜਖਾਨੀ ਉਹਨਾਂ ਨੇ ਵੀ ਕੀਤਾ ਹੈਗਾ, ਕਿਉਂਕਿ ਬਜਟ ਜਿਹੜਾ ਡਿਫੈਂਸ ਦਾ ਉਹਨਾਂ ਨੂੰ ਆਉਂਦਾ ਪੈਸਾ, ਜਿਹੜੇ ਡਿਫੈਂਸ ਦਾ ਹਥਿਆਰ ਨੇ ਆਉਂਦੇ, ਜੋ ਬਾਜਵਾ ਜੀ ਉਹਨਾਂ ਦੇ ਪਿੱਛੇ ਨੇ ਵੈਪਨ ਆ ਰਹੇ, ਸਾਰਾ ਅਮਰੀਕਾ ਦਾ ਹੈਗਾ। ਜੇ ਉਹਨਾਂ ਨੇ ਬੰਦ ਕਰਤਾ ਤੇ ਬਿਲਕੁਲ ਉਸ ਪਾਸੇ ਨਹੀਂ ਜਾਣ ਦਿਓ। ਗੱਲ ਇਹ ਹੈ ਇਹ ਸਾਰੀ ਗੇਮ ਫੌਜ ਦੀ ਹੈ ਜੀ। ਤਾਂ ਇਸ ਵਕਤ ਵੀ ਜਿਹੜਾ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਅਸਤੀਫਾ ਦਿਓ, ਉਹ ਵੀ ਫੌਜ ਹੀ ਮਜਬੂਰ ਕਰਦੀ ਪਈ ਹੈ। ਜੇ ਮਜਬੂਰ ਨਾ ਕਰੇਗੀ ਉਹ ਟਿਕੇ ਰਹਿਣਗੇ, ਜੇ ਮਜਬੂਰ ਕਰੇਗੀ ਉਹਨਾਂ ਨੂੰ ਜਾਣਾ ਪਏਗਾ। ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਚੱਲਦੀ ਫੌਜ ਦੀ, ਕਿਉਂਕਿ 10 ਸਾਲ ਤੱਕ ਸੰਵਿਧਾਨ ਹੀ ਨਹੀਂ ਬਣਿਆ, ਫੌਜ ਮਜ਼ਬੂਤ ਹੋ ਗਈ, ਜਮਹੂਰੀਅਤ ਮਜ਼ਬੂਤ ਹੋਈ ਨਹੀਂ। ਹੁਣ ਫੌਜ ਦੀ ਡਾਇਰੈਕਟ ਦਖਲਅੰਦਾਜ਼ੀ ਚੱਲਦੀ ਆ। ਹੁਣ ਜਾਂਦੇ ਜਾਂਦੇ ਨੇ ਇੱਕ ਗੱਲ ਦੇ ਉੱਤੇ ਆਪਾਂ ਖਤਮ ਕਰਦੇ ਹਾਂ ਕਿ ਜਿਹੜਾ ਇਹ ਨੰਬਰ ਇਸ਼ੂ ਕੀਤਾ ਕਿ ਜਿਹਦੇ ਉੱਤੇ ਤੁਸੀਂ ਜਿਹੜੇ ਰਿਸ਼ਵਤ ਲੈਂਦੇ ਨੇ, ਜਿਹੜੇ ਬੇਈਮਾਨ ਨੇ, ਉਹਨਾਂ ਦੀ ਤੁਸੀਂ ਰਿਪੋਰਟ ਕਰੋ, ਪੰਜਾਬ ਦੇ ਵਿੱਚੋਂ ਭ੍ਰਸ਼ਟਾਚਾਰ ਖਤਮ ਕਰਨਾ। ਠੀਕ ਹੈ, ਲੋਕ ਲੱਗੇ ਹੋਏ ਨੇ ਧੜਾ-ਧੜ, ਸਾਰੇ ਪੰਜਾਬ ਦੇ ਲੋਕ ਪੱਤਰਕਾਰ ਬਣੇ ਹੋਏ ਨੇ ਇਸ ਵਕਤ, ਫਟਾਫਟ ਭੇਜਦੇ ਪਏ ਨੇ ਸ਼ਿਕਾਇਤਾਂ। ਪਰ ਜੇ ਕੋਈ ਮੰਤਰੀ ਭ੍ਰਸ਼ਟਾਚਾਰ ਕਰਦਾ, ਜੇ ਕੋਈ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਭ੍ਰਸ਼ਟਾਚਾਰ ਕਰਦੇ ਨੇ, ਉਹਨਾਂ ਦੀ ਸ਼ਿਕਾਇਤ ਕਿੱਥੇ ਕਰਨੀ ਹੈ? ਇਹ ਉੱਥੇ ਕਿਤੇ ਵੀ ਨਹੀਂ ਹੈਗਾ। ਉਹ ਵੀ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਜੇ ਭਗਵੰਤ ਮਾਨ ਸਾਹਿਬ ਦੀ ਟੀਮ ਦੇ ਵਿੱਚੋਂ ਹੀ ਕੋਈ ਭ੍ਰਸ਼ਟ ਹੈਗਾ, ਉਹ ਭ੍ਰਸ਼ਟਾਚਾਰ ਕਰਦਾ, ਤੇ ਉਹਦੀ ਸ਼ਿਕਾਇਤ ਕਿੱਥੇ ਕੀਤੀ ਜਾਵੇ? ਪਰ ਇਹ ਲੋਕਾਂ ਨੂੰ ਚਾਹੀਦਾ ਨਾ, ਜਿੱਥੇ ਲੋਕ ਪੜ੍ਹੇ ਲਿਖੇ ਲੋਕ ਹੈਗੇ, ਜ਼ਰੂਰੀ ਨਹੀਂ ਕਿ ਉਹਨੂੰ ਹੀ ਫਾਲੋ ਕਰਨ ਕਿ ਜਿਹੜਾ ਉਹਨਾਂ ਨੇ ਨੰਬਰ ਦਿੱਤਾ ਹੈਗਾ। ਪਰਸਨਲੀ ਮਿਲ ਕੇ ਵੀ ਕਹਿ ਸਕਦੇ ਆ, ਪੰਚਾਇਤ ਰਾਹੀਂ ਵੀ ਜਾ ਸਕਦੇ ਆ, ਔਰ ਉਹਨਾਂ ਦੇ ਫੋਨ ਪਰਸਨਲ ਫੋਨ ਵੀ ਹੈਗੇ ਆ, ਕਿਉਂਕਿ ਉਹਨਾਂ ਦਾ ਕੋਈ ਪਿੰਡ ਇੰਨੀ ਦੂਰ ਨਹੀਂ ਗਿਆ, ਪੰਜਾਬ ਨੂੰ ਬਿਲੋਂਗ ਕਰਦੇ ਆ, ਤੇ ਚੰਡੀਗੜ੍ਹ ਕਿਹੜਾ ਦੂਰ ਹੈਗਾ ਕਿ ਨਾ ਸੈਂਟਰ ਗੌਰਨਮੈਂਟ ਚੰਡੀਗੜ੍ਹ ਨੂੰ ਜਾਣ ਤੋਂ ਸਾਨੂੰ ਰੋਕੂਗੀ, ਬਾਕੀ ਤਾਂ ਚੀਜ਼ਾਂ ਰੋਕ ਦਿੱਤੀਆਂ ਉਹਨਾਂ ਨੇ। ਪਰ ਇਹਨਾਂ ਨੂੰ ਡੋਰ ਟੂ ਡੋਰ ਪਰਸਨਲੀ ਮਿਲਣਾ ਚਾਹੀਦਾ। ਜੇ ਇਦਾਂ ਦੀ ਗੱਲ ਆਈ, ਗੱਲ ਤੁਹਾਡੀ ਬਿਲਕੁਲ ਵਧੀਆ ਔਰ ਚੰਗੀ ਗੱਲ ਹੈ, ਕਿਉਂਕਿ ਜਿੰਨੀ ਕੁ ਵੱਡੀ ਕੁਰਸੀ ਹੁੰਦੀ ਹੈ ਉਹਨਾਂ ਕੁ ਵੱਡਾ ਇਹਨਾਂ ਕੁ ਜਿਹੜਾ ਕੰਮ ਚੱਲਦਾ ਹੁੰਦਾ, ਉਹਦੇ 'ਚ ਅੰਦਰ ਖਾਤੇ ਅੰਡਰਗਰਾਊਂਡ ਬੜਾ ਕੁਝ ਜਾਂਦਾ ਹੁੰਦਾ। ਪਰ ਅਜੇ ਤਾਂ ਇਹ ਬਿਲਕੁਲ ਇਸ ਗੱਲ ਤੋਂ ਬਰੀ ਹੈ, ਦੂਰ ਹੈ ਇਸ ਗੱਲ ਤੋਂ। ਪਰ ਕਿਸੇ ਵੇਲੇ ਵੀ ਜੇ ਹੋ ਗਈ ਗੱਲ, ਕਿਉਂਕਿ ਇਹ ਪੰਜਾਬ ਹੈ, ਪੰਜਾਬ 'ਚ ਇਹ ਰਗਾਂ ਰਗਾਂ 'ਚ ਵਸ ਚੁੱਕੀ ਹੈ ਸਾਡੇ, ਵੀ ਜਿਹੜੀ ਰਿਸ਼ਵਤ ਆ, ਤੇ ਰਿਸ਼ਵਤ ਨੂੰ ਜੇ ਅਸੀਂ ਦੂਰ ਕਰਨਾ ਹੋਗਾ ਤੇ ਬਿਲਕੁਲ ਇੱਕ ਸਕੰਜੇ ਨਾਲ ਯੂਨਾਈਟ ਹੋ ਕੇ ਏਕਤਾ ਨਾਲ, ਤੇ ਇਸੇ ਤਰ੍ਹਾਂ ਹੋਊਗੀ। ਇਹ ਪਿਆਰ ਮੁਹੱਬਤ ਨਾਲ ਗੱਲ ਨਹੀਂ ਪੂਰੀ ਹੋਣੀ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਆਪਾਂ ਪਿਆਰ ਮੁਹੱਬਤ ਨਾਲ ਤੇ ਹੁਣ ਆਪਾਂ ਚੱਲਦੇ ਹਾਂ, ਸਾਡੇ ਦਰਸ਼ਕ ਬੜੇ ਕਰਦੇ ਹਾਂ। ਹਾਂ, ਇਹ ਸਾਡੀਆਂ ਗੱਲਾਂ ਸੁਣਦੇ ਰਹਿਣਗੇ, ਅਸੀਂ ਇਹਨਾਂ ਨੂੰ ਨਵੀਂ ਜਾਣਕਾਰੀ ਦਿੰਦੇ ਰਹਾਂਗੇ। ਇਹਨਾਂ ਦਾ ਪਿਆਰ ਸਾਡੇ ਨਾਲ ਹੈ, ਔਰ ਇਸੇ ਚੈਨਲ ਤੇ ਸਾਡੇ ਨਾਲ ਇਸੇ ਤਰ੍ਹਾਂ ਮਿਲਣਗੇ।
ਪੰਜਾਬ ਮਿਲ ਬਿਲਕੁਲ ਜੀ। ਯੂਨੀਵਰਸਿਟੀ ਵੀ ਨਾਲ ਮਿਲਦੇ ਰਹਿਣਗੇ। ਅਸੀਂ ਵੀ ਇਹਨਾਂ ਨੂੰ ਇਹਨਾਂ ਦੇ ਨਾਲ ਹਾਜ਼ਰ ਰਹਾਂਗੇ ਔਰ ਇਹਨਾਂ ਦਾ ਪਿਆਰ ਸਤਿਕਾਰ ਹੈ ਸਾਡੇ ਨਾਲ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਸਿਰਫ ਇੱਕੋ ਹੀ ਗੱਲ ਕਿ ਜਿੱਦਾਂ ਸਰਕਾਰ ਸਾਰੇ ਮਸਲੇ ਹੱਲ ਕਰ ਰਹੀ ਹੈ ਨਾ, ਪੰਜਾਬ ਦੇ ਲੋਕਾਂ ਨੂੰ ਸਾਰੇ ਮਸਲੇ ਆਪ ਮਿਲ ਕੇ ਹੱਲ ਕਰਨੇ ਚਾਹੀਦੇ ਨੇ। ਸਭ ਕੁਝ ਸਰਕਾਰ ਦੇ ਉੱਤੇ ਨਾ ਛੱਡੋ। ਆਪਣੇ ਦੇਸ਼ ਦੀ, ਆਪਣੇ ਸਮਾਜ ਦੀ, ਆਪਣੇ ਪੰਜਾਬ ਦੀ ਗੱਲ ਕਰੋ। ਆਪਣੇ ਹੱਥ ਦੇ ਨਾਲ ਆਪਣਾ ਭਵਿੱਖ ਸਵਾਰੋ, ਆਪਣੇ ਹੱਥ ਦੇ ਨਾਲ ਆਪਣੇ ਪੰਜਾਬ ਨੂੰ ਸਵਾਰੋ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।